ਧੰਨ ਵਾਹਿਗੁਰੂ ਜੀਓ। ਟੋਡੀ ਬਾਣੀ ਭਗਤਾਂ ਕੀ, ਇਕ ਓੰਕਾਰ ਸਤਿ ਗੁਰ ਪ੍ਰਸਾਦਿ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ। ਜਲ ਕੀ ਮਾਛੁਲੀ ਚਰੈ ਖਜੂਰ। ਕਾਇ ਰੇ ਬਕ ਬਾਦ ਲਾਇਓ, ਜਿਨ ਹਰਿ ਪਾਇਓ ਤਿਨਹਿ ਛਪਾਇਓ। ਰਹਾਉ ਪੰਡਿਤ ਹੋਏ ਕੈ ਬੇਦ ਬਖਾਨੈ, ਮੂਰਖ ਨਾਮ ਦਿਓ ਰਾਮਹਿ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਕੇ ਮਹਾਰਾਜ ਦੇ ਪਾਵਨ ਉਪਦੇਸ਼ ਦਾ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਜੋ ਲੜੀਵਾਰ ਵਿਚਾਰ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 718 ਉੱਤੇ ਪਾਵਨ ਸ਼ਬਦ ਸੁਭਾਇਮਾਨ ਹੈ। ਸ਼ਬਦ ਦਾ ਜੋ ਸਿਰਲੇਖ ਹੈ, ਸੰਖੇਪ ਮੰਗਲਾਚਰਨ ਸਹਿਤ ਇਕ ਓੰਕਾਰ ਸਤਿ ਗੁਰ ਪ੍ਰਸਾਦ। ਉਹ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਇੱਕ ਬੱਝਵੀਂ ਸੱਤਾ ਹੈ, ਜੋ ਸਾਰੇ ਸੰਸਾਰ ਨੂੰ ਸਿਰਜਦੀ ਹੈ ਤੇ ਉਹੀ ਸਿਰਜਣ ਸੱਤਾ ਸਾਰੀ ਕਾਇਨਾਤ ਦੇ ਵਿੱਚ ਇੱਕ ਰਸ ਨਿਰੰਤਰ ਵਿਆਪਕ ਹੈ। ਸਦੀਵ ਕਾਲ ਕਾਇਮ ਰਹਿਣ ਵਾਲੀ ਉਹ ਪਰਮੇਸ਼ਰੀ ਹਸਤੀ, ਜਿਸ ਉੱਤੇ ਸਮੇਂ ਦਾ, ਕਾਲ ਦਾ, ਕਿਸੇ ਘਟਨਾ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਸੱਚੇ ਗੁਰੂ ਦੇ ਪ੍ਰਸਾਦ, ਬਖਸ਼ਿਸ਼, ਕਿਰਪਾ ਜੋ ਗੁਰੂ ਜੀ ਉਪਦੇਸ਼ ਸ਼ਬਦ ਬਾਣੀ ਦੇ ਰਾਹੀਂ ਕਰਦੇ ਹਨ, ਜੀਵਨ ਉਸ ਪਰਮੇਸ਼ਰੀ ਹਸਤੀ ਦੀ ਸੋਝੀ ਪੈਂਦੀ ਹੈ, ਉਸ ਬਾਰੇ ਅਨੁਭਵ ਹੁੰਦਾ ਹੈ, ਉਸ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਗੁਰੂ ਦਾ ਕਰਤੱਵ ਹੈ ਉਸ ਪਰਮੇਸ਼ਰੀ ਸੱਤਾ ਦੇ ਨਾਲ ਸਾਡੀ ਸੁਰਤ ਨੂੰ ਲੀਨ ਕਰਨਾ, ਸਾਡੇ ਅੰਦਰੋਂ ਦੂਈ, ਦਵੈਤ ਅਤੇ ਹਉਮੈ, ਹੰਕਾਰ ਦਾ ਪ੍ਰਭਾਵ ਖਤਮ ਕਰਕੇ ਸਾਨੂੰ ਉਸ ਸਿਰਜਣਹਾਰ ਵਾਹਿਗੁਰੂ ਦੇ ਨਾਲ ਇੱਕ ਸੁਰ ਹੋ ਕੇ ਜੀਣ ਦੀ ਜਾਚ ਸਿਖਾਉਣੀ। ਤੋ ਸ਼ਬਦ ਦਾ ਜੋ ਸਿਰਲੇਖ ਹੈ, ਟੋਡੀ ਬਾਣੀ ਭਗਤਾਂ ਕੀ। ਜਿਸ ਰਾਗ ਵਿੱਚ ਇਹ ਬਾਣੀ ਹੈ, ਉਸ ਰਾਗ ਦਾ ਨਾਮ ਟੋਡੀ ਹੈ। ਬਾਣੀ ਭਗਤਾਂ ਕੀ, ਭਗਤਾਂ ਦੀ ਬਾਣੀ। ਹਾਲਾਂਕਿ ਇਸ ਸਿਰਲੇਖ ਅਧੀਨ ਕੇਵਲ 3 ਸ਼ਬਦ ਦਰਜ ਹਨ,
ਅਤੇ ਤਿੰਨੇ ਹੀ ਸ਼ਬਦ ਬਾਬਾ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਸੋ ਇਸ ਰਾਗ ਦੇ ਵਿੱਚ ਕਿਸੇ ਹੋਰ ਭਗਤ ਸਾਹਿਬਾਨ ਦੀ ਬਾਣੀ ਨਹੀਂ ਹੈ, ਕੇਵਲ ਤੇ ਕੇਵਲ ਭਗਤ ਨਾਮਦੇਵ ਸਾਹਿਬ ਦੇ ਸ਼ਬਦ ਹਨ। 3 ਸ਼ਬਦ ਇਸ ਰਾਗ ਦੇ ਵਿੱਚ ਉਹਨਾਂ ਦੇ ਦਰਜ ਨੇ। ਰਹਾਉ ਵਾਲਾ ਜਿਹੜਾ ਬੰਦ ਹੈ, ਕਾਏ ਰੇ ਬਕ ਬਾਦ ਲਾਇਓ। ਕਾਏ ਦਾ ਮਤਲਬ ਹੈ ਕਾਹਦੇ ਲਈ, ਕਿਉਂ, ਕੀ ਵਜ੍ਹਾ ਹੈ, ਕਿਸ ਕਾਰਨ। ਇੱਕ ਪ੍ਰਸ਼ਨਵਾਚਕ ਹੈ, ਇੱਕ ਸਵਾਲ ਹੈ। ਬਕ ਬਾਦ ਦਾ ਅਰਥ ਹੈ, ਬਕ ਕਹਿੰਦੇ ਹਨ ਬਕਣ ਨੂੰ, ਬੋਲਣ ਨੂੰ, ਕਹਿਣ ਨੂੰ, ਕਥਨ ਨੂੰ। ਤੇ ਬਾਦ ਸ਼ਬਦ ਜਿਹੜਾ ਹੈ ਉਸ ਦਾ ਮਤਲਬ ਹੁੰਦਾ ਹੈ ਵਿਅਰਥ। ਬਾਦਹਿ ਜਨਮੇ ਆਏ, ਇਸ ਨੂੰ ਕਬੀਰ ਸਾਹਿਬ ਜੀ ਦੇ ਸ਼ਲੋਕ ਵਿੱਚ ਇਵੇਂ ਲਿਖਿਆ ਗਿਆ, ਵਿਅਰਥ, ਜਿਸ ਦਾ ਕੋਈ ਤਾਤ ਪਰੇ, ਜਿਸ ਦਾ ਕੋਈ ਟੀਚਾ ਨਾ ਹੋਵੇ, ਜਿਸ ਦਾ ਕੋਈ ਏਮ ਨਾ ਹੋਵੇ, ਜਿਸ ਵਿੱਚੋਂ ਕੋਈ ਜੀਵਨ ਦੀ ਪ੍ਰਾਪਤੀ ਨਾ ਨਿਕਲੇ, ਇਸ ਨੂੰ ਝੱਖ ਮਾਰਨਾ ਵੀ ਕਿਹਾ ਹੈ ਬਾਣੀ ਦੇ ਅੰਦਰ। ਜਿਵੇਂ ਇੱਕ ਸ਼ਬਦ ਆਉਂਦਾ ਹੈ, ਬਹੁਤਾ ਬੋਲਣ ਝੱਖਣ ਹੋਏ। ਅਜਿਹਾ ਬੋਲਣਾ ਜਿਹੜਾ ਝੱਖ ਮਾਰਨ ਦੇ ਬਰਾਬਰ ਹੈ, ਭਾਵ ਬੇਅਰਥ ਕਿਸਮ ਦਾ, ਜਿਹੜਾ ਨਾ ਕਿਸੇ ਸੱਚੀ ਭਾਵਨਾ ਚੋਂ ਨਿਕਲਿਆ ਤੇ ਨਾ ਹੀ ਕਿਸੇ ਸਹੀ ਦਿਸ਼ਾ ਵੱਲ ਮਨੁੱਖ ਨੂੰ ਤੋਰਦਾ ਹੈ, ਐਸਾ ਵਿਅਰਥ ਦਾ ਬੋਲ। ਉਸ ਨੂੰ ਗੁਰਬਾਣੀ ਨੇ ਇੱਕ ਹੋਰ ਸ਼ਬਦ ਨਾਲ ਹੀ ਬਿਆਨ ਕੀਤਾ ਹੈ, ਸਾਕਤ ਕਾ ਬਕਨਾ ਇਉਂ ਜਾਨੋ ਜੈਸੇ ਪਵਨ ਚੁਲਾਈ। ਸਿਆਣੇ ਕਥਨਕਾਰਾਂ ਦਾ ਇਹ ਵਾਕ ਹੈ ਕਿ ਜੋ ਅਸੀਂ ਬੋਲਦੇ ਹਾਂ, ਸਾਡੇ ਅੰਦਰ ਕੀ ਹੈ ਉਸ ਚੀਜ਼ ਦੀ ਤਰਜਮਾਨੀ ਕਰਦਾ ਹੈ, ਯਾਨੀ ਕਿ ਉਹਦੀ ਇੱਕ ਤਸਵੀਰ ਹੁੰਦਾ ਹੈ। ਆਮ ਤੌਰ 'ਤੇ ਮਨੁੱਖ ਨੂੰ ਅਸੀਂ, ਜੋ ਸਾਡੇ ਸੱਭਿਆਚਾਰ ਵਿੱਚ ਸਾਡੇ ਬਜ਼ੁਰਗਾਂ ਨੇ ਕਿਸੇ ਮਨੁੱਖ ਦੇ ਕਿਰਦਾਰ ਦੀਆਂ ਨਿਸ਼ਾਨੀਆਂ ਦੱਸੀਆਂ ਹਨ, ਉਹ 3 ਦੱਸੀਆਂ ਨੇ ਉਸ ਨੂੰ ਪਰਖਣ ਲਈ। ਪਹਿਲੀ ਹੈ ਦਸਤਾਰ, ਦੂਜੀ ਹੈ ਰਫਤਾਰ ਤੇ ਤੀਜੀ ਹੈ ਗੁਫਤਾਰ। ਦਸਤਾਰ ਤੋਂ ਭਾਵ ਹੈ ਉਸ ਦਾ ਪਹਿਰਾਵਾ, ਉਹ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਦਾ ਹੈ, ਭਾਵ ਉਸ ਦਾ ਖਾਣ ਪੀਣ ਪਹਿਨਣ ਕਿਹੋ ਜਿਹਾ ਹੈ। ਇਸ ਗੱਲ ਤੋਂ ਤੁਹਾਨੂੰ ਉਸ ਦੇ ਸ਼ੌਂਕ, ਉਸ ਦੀ ਮਨੋਬਿਰਤੀ ਦਾ ਪਤਾ ਲੱਗ ਜਾਂਦਾ ਹੈ। ਮਨੋਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਕਿਸ ਅਵਸਥਾ ਵਿੱਚ ਕਿਸ ਮਨੁੱਖ ਨੂੰ ਕਿਹੋ ਜਿਹਾ ਰੰਗ ਚੰਗਾ ਲੱਗਦਾ ਹੈ। ਇਸੇ ਲਈ ਤੁਸੀਂ ਵੇਖੋ, ਜਿਹੜੇ ਡਿਪਰੈਸ਼ਨ ਦੇ ਮਰੀਜ਼ ਹੁੰਦੇ ਹਨ, ਉਹਨਾਂ ਦੇ ਕਮਰੇ ਦੀਆਂ ਕੰਧਾਂ ਤੱਕ ਦੇ ਰੰਗ ਵੀ ਚੇਂਜ ਕਰਵਾ ਦਿੱਤੇ ਜਾਂਦੇ ਨੇ ਵੀ ਇਹ ਰੰਗ ਇਸ ਦੀ ਵਾਲ 'ਤੇ ਨਹੀਂ ਹੋਣਾ ਚਾਹੀਦਾ, ਇਹ ਕੱਪੜਾ ਇਸ ਦੇ ਅੰਦਰ ਦੀ ਉਤੇਜਨਾ ਨੂੰ ਵਧਾ ਦੇਵੇਗਾ, ਇਸ ਤਰ੍ਹਾਂ ਦੀ ਗੱਲ ਇਹਦੇ ਲਾਗੇ ਨਹੀਂ ਕਰਨੀ, ਇਸ ਤਰ੍ਹਾਂ ਦਾ এনवायरमेंट ਇਸ ਨੂੰ ਨਹੀਂ ਚਾਹੀਦਾ, ਇਹੋ ਜੀ ਜਗ੍ਹਾ ਇਸ ਨੂੰ ਲੈ ਕੇ ਜਾਓ। ਉਹ ਵੀ ਇੱਕ ਸਾਡੀਆਂ ਮਾਨਸਿਕ ਸਥਿਤੀਆਂ ਨੂੰ ਜਦੋਂ ਮਨੋਵਿਗਿਆਨੀ ਜਿਹੜੇ ਹਨ, ਮਨੋ ਵਿਸ਼ੇਸ਼ਕ ਹਨ, ਮਾਨਸਿਕ ਰੋਗਾਂ ਦੇ ਜਿਹੜੇ ਮਾਹਰ ਹਨ, ਜਦੋਂ ਸਾਡੇ ਅੰਦਰ ਦੀ ਪ੍ਰੋਬਲਮ ਨੂੰ ਫਿਕਸ ਕਰ ਲੈਂਦੇ ਨੇ, ਸਮਝ ਲੈਂਦੇ ਨੇ ਗੱਲਬਾਤ ਰਾਹੀਂ, ਆਪਣੇ ਹੁਨਰ ਤੇ ਕਲਾ ਰਾਹੀਂ, ਤਾਂ ਫਿਰ ਉਹਦਾ ਜਦੋਂ ਇਲਾਜ ਕਰਦੇ ਨੇ ਤੇ ਉਹਦੇ ਇਲਾਜ ਦੇ ਵਿੱਚ ਇਹ ਵੀ ਚੀਜ਼ਾਂ ਉਹ ਕਈ ਵਾਰ ਦੱਸਦੇ ਹਨ ਵੀ ਇਹੋ ਜਿਹਾ ਮਾਹੌਲ ਤੁਸੀਂ ਘਰੇ ਨਹੀਂ ਬਣਾਉਣਾ, ਇਹੋ ਜਿਹੀਆਂ ਨੂੰ ਗੱਲਾਂ ਵੱਧ ਸੁਣਾਓ, ਇਹੋ ਜਿਹੇ ਰੰਗ ਇਸ ਦੇ ਆਲੇ ਦੁਆਲੇ ਹੋਣੇ ਚਾਹੀਦੇ ਹਨ। ਉਹ ਹਰ ਚੀਜ਼ ਜਿਹੜੀ ਹੈ, ਇਹੋ ਜਿਹੀ ਖੁਰਾਕ ਇਸ ਨੂੰ ਦਿਓ, ਇਸ ਤਰ੍ਹਾਂ ਦਾ ਪਹਿਰਾਵਾ ਜਿਹੜਾ ਉਹ ਤੁਸੀਂ ਵੀ ਪਹਿਨੋ ਤੇ ਇਸ ਨੂੰ ਵੀ ਪਹਿਨਣ ਲਈ ਦਿਓ, ਵਗੈਰਾ ਵਗੈਰਾ। ਬਹੁਤ ਲੰਬੀ ਚੌੜੀ ਇਹ ਵਿਥਿਆ ਹੈ। ਤੋ ਪਹਿਲੀ ਨਿਸ਼ਾਨੀ ਹੈ ਮਨੁੱਖ ਦਾ ਖਾਣ ਪੀਣ ਕੀ ਹੈ, ਪਹਿਰਾਵਾ ਕੀ ਹੈ, ਉਹਦੇ ਸ਼ੌਂਕ ਕਿਹੋ ਜਿਹੇ ਹਨ। ਤੇ ਦੂਸਰਾ ਹੈ ਜਿਸ ਨੂੰ ਆਪਾਂ ਕਹਿੰਦੇ ਰਫਤਾਰ, ਉਸ ਦਾ ਬਹਿਣ ਖਲੋਣ, ਉਸ ਦੀ ਜਿਹੜੀ ਬਾਡੀ ਲੈਂਗੁਏਜ ਹੈ, ਸਰੀਰਕ ਭਾਸ਼ਾ ਹੈ, ਉਸ ਦੀ ਹਰਕਤ ਕਿਹੋ ਜਿਹੀ, ਉਹ ਕਿਸ ਤਰ੍ਹਾਂ ਰਿਐਕਟ ਕਰਦਾ ਹੈ ਕਿਸੇ ਗੱਲ ਦੇ ਉੱਤੇ। ਤੇ ਤੀਜੀ ਹੈ ਉਸ ਦੀ ਗੁਫਤਾਰ, ਵੀ ਉਹ ਕਹਿੰਦਾ ਕੀ ਹੈ, ਉਹਦੇ ਕਹਿਣ ਦੇ ਪਿੱਛੇ ਉਹਦੀ ਭਾਵਨਾ ਕੀ ਹੈ, ਉਹ ਜਿਹੜੀ ਗੱਲ ਕਰਦਾ ਹੈ ਉਹ ਕਿੰਨੀ ਕੁ ਸਿਆਣਪ ਚੋਂ ਕਰਦਾ ਹੈ, ਉਹ ਜੋ ਕੁਝ ਕਥਦਾ ਹੈ ਉਹਦੇ ਪਿੱਛੇ ਉਹਦਾ ਮੋਟਿਵ ਕੀ ਹੈ, ਫਿਰ ਉਹਦੀਆਂ ਗੱਲਾਂ ਦੇ ਮਤਲਬ ਕੀ ਨਿਕਲ ਸਕਦੇ ਹਨ। ਸੋ ਇਹ ਕੁਝ ਪੈਮਾਨੇ ਸਿਆਣੇ ਲੋਕਾਂ ਨੇ ਮਿੱਥੇ ਹਨ, ਇਹ ਕੁਝ ਕਸਵੱਟੀਆਂ ਬਣਾਈਆਂ ਹਨ ਮਨੁੱਖ ਦੇ ਵਿਹਾਰ, ਕਿਰਦਾਰ ਤੇ ਉਹਦੇ ਜੀਵਨ ਨੂੰ ਸਮਝਣ ਵਾਸਤੇ, ਉਹਨੂੰ ਜਾਣਨ ਵਾਸਤੇ।
ਤੇ ਜੋ ਅਸੀਂ ਬੋਲਦੇ ਹਾਂ, ਕਥਦੇ ਹਾਂ, ਉਹ ਬੇਸਿਕਲੀ ਸਾਡੇ ਅੰਤਰ-ਆਤਮੇ ਦੀ ਆਵਾਜ਼ ਹੁੰਦੀ ਹੈ। ਹਾਂ, ਉਹ ਕੇਵਲ ਕਥਨਾ ਇੱਕ ਦੋ ਪਲਾਂ ਦਾ ਜਾਂ ਇੱਕ ਦੋ ਗੱਲਾਂ ਨਾਲ ਨਹੀਂ, ਜਿਹੜੀ ਕੰਟੀਨਿਊ ਸਾਡੀ ਟੋਨ ਹੁੰਦੀ ਹੈ ਨਾ ਬੋਲਣ ਦੀ, ਉਹ ਬੇਸਿਕਲੀ ਅਸੀਂ ਅੰਦਰੋਂ ਕੀ ਹਾਂ, ਹੌਲੀ ਹੌਲੀ ਜਿਉਂ-ਜਿਉਂ ਤੁਸੀਂ ਵੈਸੇ ਤਾਂ ਬੰਦਾ 2-4 ਘੜੀਆਂ ਸਿਆਣੀਆਂ ਗੱਲਾਂ ਵੀ ਕਰ ਸਕਦਾ, ਸਿਆਣੇ ਲੋਕਾਂ 'ਚ ਖੜੇਗਾ, ਸਿਆਣੀ ਗੱਲ ਕਰਨ ਦੀ ਕੋਸ਼ਿਸ਼ ਕਰੇਗਾ, ਆਪਣੀ એનર્ਜੀ ਇਕੱਠੀ ਕਰਕੇ ਕਿ ਮੈਂ ਸਿਆਣਿਆਂ 'ਚ ਸਿਆਣਾ ਮੰਨਿਆ ਜਾਵਾਂ। ਤੇ ਜਿਸ ਵੇਲੇ ਉਹ ਉਸ ਪ੍ਰਭਾਵ ਤੋਂ, ਉਸ ਇਨਵਾਇਰਮੈਂਟ ਤੋਂ ਬਾਹਰ ਜਾਏਗਾ ਤੇ ਉਹ ਕੁਝ ਕਰੇਗਾ ਜੋ ਕੁਝ ਉਹਦੇ ਆਪਣੇ ਅੰਦਰ ਹੈ, ਜੋ ਕੁਝ ਉਹ ਬੇਸਿਕਲੀ ਖੁਦ ਹੈ। ਇਸ ਤਰ੍ਹਾਂ ਹੀ ਆਪਾਂ ਸਾਰੇ ਹੀ ਬਦਲਦੇ ਹਾਂ। ਇਹ ਕਿਸੇ ਇੱਕ ਮਨੁੱਖ ਦੀ ਕਹਾਣੀ ਨਹੀਂ ਹੈ। ਜਿਵੇਂ ਅਸੀਂ ਸਾਰੇ ਹੀ ਇੱਕ ਖਾਸ ਇਨਵਾਇਰਮੈਂਟ ਵਿੱਚ ਰਹਿੰਦੇ ਹਾਂ ਤੇ ਧਾਰਮਿਕ ਰਹਿੰਦੇ ਹਾਂ, ਥੋੜ੍ਹੇ ਜਿਹੇ ਬਾਹਰ ਜਾਂਦੇ ਹਾਂ ਤੇ ਕੁਝ ਹੋਰ ਤਰ੍ਹਾਂ ਦੇ ਹੁੰਦੇ ਹਾਂ। ਜਿਹੋ ਜਿਹਾ ਮਨੁੱਖ ਵੇਖਦੇ ਹਾਂ, ਉਹੋ ਜਿਹਾ ਉਸ ਨਾਲ ਡੀਲ ਕਰਦੇ, ਉਸ ਨੂੰ ਜਤਾਉਣ ਦੀ ਕੋਸ਼ਿਸ਼ ਕਰਦੇ ਵੀ ਮੈਂ ਤੇਰੇ ਵਰਗਾ ਹੀ ਹਾਂ, ਤਾਂ ਕਿ ਉਹ ਮੈਨੂੰ ਚੰਗਾ ਸਮਝੇ, ਆਪਣੇ ਵਰਗਾ ਸਮਝੇ। ਕਈ ਵਾਰ ਸਾਨੂੰ ਲੱਗੇ ਬੇਅਸੂਲਾ ਬੰਦਾ ਹੈ ਤੇ ਉਹਦੇ ਨਾਲ ਵਰਤਦੇ ਵੀ ਬੇਅਸੂਲਾ ਹੀ ਹਾਂ। ਕਈ ਵਾਰ ਸਾਨੂੰ ਲੱਗੇ ਵੀ ਇਹ ਮਨੁੱਖ ਜਿਹੜਾ ਹੈ ਉਹ ਬਹੁਤਾ ਚੰਗੀ ਰੈਪੂਟੇਸ਼ਨ ਦਾ ਮਾਲਕ ਨਹੀਂ, ਉਹਦੇ ਲਾਗੇ ਜਾ ਕੇ ਅਸੀਂ ਵੀ ਸ਼ੈਤਾਨਾਂ ਵਰਗੇ ਵਿਹਾਰ ਕਰਦੇ ਹਾਂ। ਇਹ ਸਾਰਾ ਕੁਝ ਜਿਹੜਾ ਹੈ ਮੌਕਾ ਪ੍ਰਸਤੀ ਵਿੱਚੋਂ ਨਿਕਲਦਾ। ਪਰ ਇਹ ਜਿਹੜੀ ਵੀ ਖੇਡ ਹੁੰਦੀ ਹੈ 2-4 ਘੜੀਆਂ ਦੀ ਹੈ, ਪਰ ਪਰਮਾਨੈਂਟਲੀ ਅਸੀਂ ਅੰਦਰੋਂ ਕਿਹੋ ਜਿਹੀ ਸਾਡੀ ਬਣਤਰ ਹੈ। ਸਿਆਣੇ ਲੋਕ ਜਿਹੜੇ ਨੇ ਉਹ ਕੇਵਲ 2-4 ਗੱਲਾਂ ਦੇ ਉੱਤੇ ਰੀਝ ਕੇ ਤੁਹਾਡੇ ਪ੍ਰਤੀ ਜੱਜਮੈਂਟ ਨਹੀਂ ਦਿੰਦੇ, ਫੈਸਲਾ ਨਹੀਂ ਕਰਦੇ। ਉਹ ਲਗਾਤਾਰ ਤੁਹਾਡੇ ਵਿਹਾਰ ਨੂੰ ਛਾਣਦੇ ਹਨ, ਵੇਖਦੇ ਹਨ। ਗੁਫ਼ਤਾਰ ਤੋਂ ਭਾਵ ਇਹ ਹੈ ਕਿ ਉਹ ਲਗਾਤਾਰ ਤੁਹਾਡੀ ਗੱਲਬਾਤ ਨੂੰ ਵੀ ਸੁਣਦੇ ਨੇ, ਤੁਹਾਡੀ ਟੋਨ ਵੀ ਸਮਝਦੇ ਨੇ, ਤੁਹਾਡੇ ਅੰਦਰ ਕੀ ਵਸ ਰਿਹਾ, ਕਿਹੜੀਆਂ ਭਾਵਨਾਵਾਂ ਤੇ ਜਜ਼ਬਾਤਾਂ ਦੇ ਮਾਲਕ ਹੋ, ਤੇ ਜੋ ਕੁਝ ਤੁਸੀਂ ਕਥਦੇ ਉਹਦੇ ਪਿੱਛੇ ਕੀ ਭਾਵਨਾ ਹੈ, ਔਰ ਜੋ ਕੁਝ ਤੁਸੀਂ ਕਹਿੰਦੇ ਹੋ ਕਿਸ ਮਾਹੌਲ ਵਿੱਚ ਕਹਿੰਦੇ ਹੋ, ਤੇ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ। ਬਹੁਤ ਲੰਬੀ ਚੌੜੀ ਜਿਹੜੀ ਇੱਕ ਤਰ੍ਹਾਂ ਦੀ ਹੈ, ਕਿਸੇ ਨੂੰ ਜਾਣਨ ਦੀ ਸਟੱਡੀ ਹੋ ਸਕਦੀ ਹੈ। ਤੋ ਜਿਸ ਵੇਲੇ ਗੁਰਬਾਣੀ ਦੇ ਵਿੱਚ ਬੋਲਣ ਦੀ ਗੱਲ ਆਉਂਦੀ ਹੈ, ਕਥਨ ਦੀ ਗੱਲ ਆਉਂਦੀ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਹੁਣ ਆਮ ਤੌਰ 'ਤੇ ਅਸੀਂ ਜਦੋਂ ਫਿੱਕਾ ਬੋਲਣ ਦੀ ਗੱਲ ਕਰਦੇ ਹਾਂ, ਕੇਵਲ ਗਾਲਾਂ ਨੂੰ ਹੀ ਕਹਿੰਦੇ ਆ ਵੀ ਇਹ ਫਿੱਕਾ ਬੋਲਣਾ, ਵੀ ਗਾਲ ਕੱਢਣੀ ਫਿੱਕਾ ਬੋਲਣਾ। ਨਹੀਂ, ਝੂਠ ਬੋਲਣਾ ਵੀ ਫਿੱਕਾ ਬੋਲਣਾ ਹੈ। ਗਲਤ ਭਾਵਨਾਵਾਂ ਵਿੱਚੋਂ, ਸਵਾਰਥ ਵਿੱਚੋਂ ਬੋਲਿਆ ਹੋਇਆ ਸੱਚ ਵੀ ਫਿੱਕਾ ਬੋਲਣਾ ਹੈ। ਧਿਆਨ 'ਚ ਰੱਖਣਾ, ਜਦੋਂ ਤੁਸੀਂ ਸਵਾਰਥ ਵਾਸਤੇ ਇੱਕ ਮਾਹੌਲ ਵਿੱਚ ਕੁਝ ਲੋਕਾਂ ਦੀ ਖੁਸ਼ੀ ਲਈ ਸੱਚ ਕਹਿੰਦੇ ਹੋ, ਤਾਂ ਇਹਦਾ ਮਤਲਬ ਹੈ ਤੁਸੀਂ ਚਲਾਕ ਹੋ, ਤੁਸੀਂ ਧੋਖਾ ਦੇਣ ਲਈ ਉਹ ਗੱਲ ਕਰਦੇ ਹੋ, ਤੁਸੀਂ ਆਪਣੀ ਇਮੇਜ ਸੁਧਾਰਨ ਲਈ ਇੱਕ ਦੰਭ ਰਚਦੇ ਹੋ। ਉਹ ਤੁਹਾਡਾ ਬੋਲ ਵੀ ਫਿੱਕਾ ਹੀ ਹੈ। ਉਹ ਤੁਹਾਡੇ ਅੰਤਰ-ਆਤਮੇ ਨੂੰ ਦੀ ਆਵਾਜ਼ ਨਹੀਂ, ਉਹ ਇੱਕ ਮਾਹੌਲ ਤੇ ਮੌਕਾ ਪ੍ਰਸਤੀ 'ਚੋਂ ਨਿਕਲੀ ਹੋਈ ਗੱਲ ਹੈ। ਤਾਂ ਅਜਿਹਾ ਪ੍ਰੇਰਿਤ ਸੱਚ ਜਿਹੜਾ ਹੈ, ਜਿਹੜਾ ਸਵਾਰਥ ਤੋਂ ਪ੍ਰੇਰਿਤ ਹੈ, ਹਉਮੈ ਤੋਂ ਪ੍ਰੇਰਿਤ ਹੈ, ਹਾਲਾਤ ਤੋਂ ਪ੍ਰੇਰਿਤ ਹੈ, ਉਹ ਚੀਜ਼ ਜਿਹੜੀ ਹੈ ਉਹ ਵੀ ਫਿੱਕਾ ਬੋਲਣ ਵਿੱਚ ਆਏਗੀ। ਨਿੰਦਾ ਚੁਗਲੀ ਤੇ ਆਏਗੀ। ਉਹ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਹਨ, ਫਿੱਕਾ ਬੋਲਣ ਦੇ ਅਰਥ ਬਹੁਤ ਵੱਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੇ ਗਏ ਨੇ। ਹੁਣ ਮੈਂ ਇੱਕ ਉਦਾਹਰਣ ਦੇਣਾ। ਗੁਰੂ ਸਾਹਿਬ ਨੇ ਜਦੋਂ ਬਾਣੀ 'ਚ ਕਿਹਾ ਕਾਦੀ ਕੂੜ ਬੋਲ ਮਲ ਖਾਏ, ਤੇ ਕਾਜ਼ੀ ਕਹਿ ਸਕਦਾ ਸੀ ਮਹਾਰਾਜ ਇੱਕ ਪਾਸੇ ਤੁਸੀਂ ਆਖਦੇ ਹੋ ਵੀ ਫਿੱਕਾ ਨਹੀਂ ਬੋਲਣਾ, ਹੁਣ ਮੈਨੂੰ ਤੁਸੀਂ ਇਹ ਕਿਉਂ ਕਿਹਾ ਵੀ ਮੈਂ ਝੂਠ ਬੋਲ ਕੇ ਮੈਲ ਖਾਂਦਾ? ਤੁਸੀਂ ਤਾਂ ਮਹਾਂਪੁਰਖ ਹੋ, ਤੁਹਾਨੂੰ ਤਾਂ ਇਹ ਮਿੱਠੀ ਗੱਲ ਕਰਨੀ ਚਾਹੀਦੀ ਹੈ। ਪਰ ਹਜ਼ੂਰ ਦਾ ਇਹ ਫਿੱਕਾ ਬੋਲ ਨਹੀਂ ਹੈ। ਇਸ ਬੋਲ ਦੇ ਪਿੱਛੇ ਨਾ ਉਹਨਾਂ ਦੀ ਭਾਵਨਾ ਗਲਤ ਹੈ, ਨਾ ਸਿਚੁਏਸ਼ਨ ਗਲਤ ਹੈ, ਤੇ ਨਾ ਇਹਦਾ ਰਿਜ਼ਲਟ ਗਲਤ ਨਿਕਲੇਗਾ। ਏਮ ਕੀ ਹੈ? ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇੜਾ। ਹਜ਼ੂਰ ਮਹਾਰਾਜ ਜੋ ਕੁਝ ਕਥਨ ਕਰ ਰਹੇ ਨੇ ਉਹ ਬਿਲਕੁਲ ਖਰੇ ਹਿਰਦੇ ਵਿੱਚੋਂ ਕਰ ਰਹੇ ਨੇ, ਸੱਚ ਵਿੱਚੋਂ ਕਰ ਰਹੇ ਨੇ, ਸੱਚੀ ਭਾਵਨਾ ਵਿੱਚੋਂ, ਸੱਚੇ ਜਜ਼ਬਾਤਾਂ ਵਿੱਚੋਂ, ਸ਼ੁੱਧ ਪਾਵਨ ਹਿਰਦੇ ਵਿੱਚੋਂ ਕਥਨ ਕਰ ਰਹੇ ਨੇ। ਔਰ ਸਿਚੁਏਸ਼ਨ ਵੀ ਉਹੋ ਜਿਹੀ ਹੈ ਵੀ ਇਹ ਕਿਹਾ ਜਾਏ। ਤੇ ਗੁਰੂ ਸਾਹਿਬ ਨੇ ਕਿਸੇ ਮੌਕੇ ਨੂੰ ਵੇਖ ਕੇ ਨਹੀਂ ਕਿਹਾ, ਉਹਨਾਂ ਨੇ ਇੱਕ ਰੋਗ ਹੈ ਜਿਹੜਾ ਪਸਰਿਆ ਹੋਇਆ ਉਹਨੂੰ ਦੂਰ ਕਰਨ ਵਾਸਤੇ। ਜਿਵੇਂ ਮੈਂ ਕਈ ਵਾਰ ਸੋਚਦਾ ਹਾਂ, ਅਸੀਂ ਰਾਹ ਜਾਂਦੇ ਹੋਈਏ ਤੇ ਰਸਤੇ ਉੱਤੇ ਸਾਡੇ ਉੱਤੇ ਕੋਈ ਹਮਲਾ ਕਰਦਾ,
ਕਿਸੇ ਚਾਕੂ ਨਾਲ ਹਮਲਾ ਕਰਦਾ, ਸਾਡੇ ਸਰੀਰ 'ਤੇ ਝਰੀਟਾਂ ਵੀ ਪਾ ਦੇਵੇ ਤੇ ਉਹ ਜੁਰਮ ਮੰਨਿਆ ਜਾਏਗਾ ਕਾਨੂੰਨ ਦੀ ਦ੍ਰਿਸ਼ਟੀ ਵਿੱਚ, ਵੀ ਇਸ ਬੰਦੇ ਨੇ ਗਲਤ ਪਰਪਜ ਨਾਲ ਕਿਸੇ ਭਾਵਨਾ ਅਧੀਨ, ਨਫ਼ਰਤ ਅਧੀਨ, ਭੇਦ ਭਾਵ ਅਧੀਨ, ਵੈਰ ਵਿਰੋਧ ਅਧੀਨ ਇਸ ਬੰਦੇ ਉੱਤੇ ਹਮਲਾ ਕੀਤਾ, ਇਹਦੀ ਜਾਨ ਨੂੰ ਜੋਖਮ 'ਚ ਪਾਇਆ, ਇਹਦੀ ਜਾਨ ਜਾ ਸਕਦੀ ਸੀ, ਇਹ ਕਾਨੂੰਨ ਇਹਨੂੰ ਜੁਰਮ ਮੰਨੇਗਾ। ਆਪਰੇਸ਼ਨ ਥੀਏਟਰ ਦੇ ਵਿੱਚ ਡਾਕਟਰ ਜਿਹੜਾ ਉਹ ਬੰਦੇ ਦਾ ਸਰੀਰ ਚੀਰ ਦਿੰਦਾ ਹੈ, ਡਾਕਟਰ ਨੂੰ ਜੇਲ੍ਹ ਨਹੀਂ ਹੁੰਦੀ, ਕਿਉਂਕਿ ਉਹਦਾ ਪਰਪਸ ਗਲਤ ਨਹੀਂ ਹੈ, ਉਸ ਦਾ ਮਕਸਦ ਮਾੜਾ ਨਹੀਂ ਹੈ, ਉਸ ਦਾ ਮਕਸਦ ਉਸ ਬੰਦੇ ਦੀ ਜਾਨ ਬਚਾਉਣਾ ਹੈ, ਉਸ ਦਾ ਏਮ ਉਸ ਮਨੁੱਖ ਨਾਲ ਕੋਈ ਵੈਰ, ਕੋਈ ਰੇਸਿਜ਼ਮ, ਕੋਈ ਭੇਦ ਭਾਵ, ਕੋਈ ਨਫ਼ਰਤ, ਕੋਈ ਕਿਸੇ ਕਿਸਮ ਦੀ ਇਹੋ ਜਿਹੀ ਭਾਵਨਾ ਵਿੱਚ ਉਹ ਨਹੀਂ ਕਰ ਰਿਹਾ। ਬੰਦਾ ਆਪ ਗਿਆ, ਉਸਨੇ ਕਿਹਾ ਮੈਨੂੰ ਪ੍ਰੋਬਲਮ ਹੈ, ਉਸਨੇ ਪ੍ਰੋਬਲਮ ਨੂੰ ਸਮਝਿਆ ਤੇ ਦੱਸਿਆ ਵੀ ਆਹ ਹੋਏਗਾ, ਉਸਨੇ ਸਾਡੀ ਸਹਿਮਤੀ ਲਈ ਹੈ ਕਿ ਅਸੀਂ ਆਪਣੀ ਸਹਿਮਤੀ ਨਾਲ ਆਪਣੇ ਸਰੀਰ ਨੂੰ ਉਹਦੇ ਹਵਾਲੇ ਕੀਤਾ ਹੈ, ਤੇ ਉਸਨੇ ਸਾਡੇ ਸਰੀਰ ਨੂੰ ਚੀਰਿਆ ਹੈ, ਉਹਨਾਂ ਛੁਰੀਆਂ ਦੇ ਨਾਲ ਹੀ ਉਸਨੇ ਚੀਰ ਸੁੱਟਿਆ। ਤੇ ਅਸੀਂ ਲੱਖ ਬਾਅਦ ਵਿੱਚ ਕੋਰਟ ਵਿੱਚ ਜਾ ਕੇ ਕਹੀ ਜੀ ਇਹਨੇ ਦੇਖੋ ਸਾਡੇ ਸਰੀਰ ਦੇ ਉੱਤੇ ਇਸ ਤਰ੍ਹਾਂ ਇਹ ਨਿਸ਼ਾਨ ਲਾਏ ਨੇ ਜਾਂ ਚੀਰਿਆ ਹੈ ਸਾਡੇ ਸਰੀਰ ਨੂੰ, ਕੌਣ ਮੰਨੇਗਾ? ਉਹ ਕਹੇਗਾ ਇਸ ਤਰ੍ਹਾਂ ਤਾਂ ਸਾਰੇ ਡਾਕਟਰ ਜੇਲ੍ਹਾਂ ਚਲੇ ਜਾਣਗੇ, ਕੋਈ ਬਾਹਰ ਰਹੇਗਾ ਹੀ ਨਹੀਂ। ਉੱਥੇ ਇਹ ਵੇਖਿਆ ਜਾਣਾ ਵੀ ਇਹਦਾ ਪਰਪਸ ਕੀ ਹੈ, ਇਹਦਾ ਮਕਸਦ ਕੀ ਹੈ। ਤੋ ਗੁਰੂ ਸਾਹਿਬ ਜੀ ਨੇ ਜੇ ਕੋਈ ਅਜਿਹਾ ਸ਼ਬਦ ਬਾਣੀ ਦੇ ਵਿੱਚ ਵਰਤਿਆ ਹੈ ਜਿਸ ਨੂੰ ਆਪਾਂ ਥੋੜ੍ਹਾ ਜਿਹਾ ਇਉਂ ਕਹਿ ਸਕਦੇ ਹਾਂ ਵੀ ਤਾੜਨਾ ਭਰਿਆ ਸ਼ਬਦ ਹੈ, ਤੇ ਉਹ ਤਾੜਨਾ ਵੀ ਜਿਹੜੀ ਹੈ ਉਹ ਕਿਸੇ ਮਨੁੱਖ ਨੂੰ ਨਫ਼ਰਤ ਕਰਕੇ ਨਹੀਂ ਕੀਤੀ ਗਈ, ਉਹ ਕਿਸੇ ਮਨੁੱਖ ਨਾਲ ਭੇਦ ਭਾਵ ਦੀ ਵਜ੍ਹਾ ਕਰਕੇ ਨਹੀਂ ਕਥਿਆ ਗਿਆ। ਉਹ ਲਫ਼ਜ਼ ਜਿਹੜੇ ਹਨ ਜਾਂ ਉਹ ਜਿਹੜੀ ਸ਼ਬਦਾਵਲੀ ਹੈ ਉਹ ਵੀ ਗੁਰੂ ਸਾਹਿਬ ਜੀ ਦੀ ਸ਼ੁੱਧ ਭਾਵਨਾ ਵਿੱਚੋਂ ਪੈਦਾ ਹੋਈ, ਇੱਕ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਹੈ, ਪਰ ਫਿਰ ਕਿਸੇ ਦਾ ਨਿੱਜੀ ਨਾਮ ਵੀ ਨਹੀਂ ਲਿਆ। ਇੱਕ ਤੰਤਰ ਦੀ ਗੱਲ ਕੀਤੀ, ਇੱਕ ਵਰਤਾਰੇ ਦੀ ਗੱਲ ਕੀਤੀ, ਉਸ ਵਰਤਾਰੇ ਨੂੰ ਸਤਿਗੁਰੂ ਨੇ ਇਉਂ ਬਿਆਨ ਕੀਤਾ, ਇਸ ਰੂਪ ਵਿੱਚ ਕਥਨ ਕੀਤਾ। ਤੋ ਹਜ਼ੂਰ ਨੇ ਬਾਣੀ ਦੇ ਵਿੱਚ ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬੈ ਰੋਏ। ਇਹਦੇ ਬਹੁਤ ਵਿਆਪਕ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਭਾਵ ਦੇ ਆਉਂਦੇ ਹਨ। ਤੋ ਇੱਥੇ ਜਿਹੜਾ ਸ਼ਬਦ ਹੈ ਬਕਬਾਦ, ਬਕਣਾ, ਚਰਨ ਗਹੋਂ ਬਕੋਂ, ਆਮ ਆਪਾਂ ਗੁੱਸੇ ਦੀ ਧਾਰਨਾ ਵਿੱਚ ਦੂਜੇ ਨੂੰ ਕਹਿੰਦੇ ਹਾਂ ਵੀ ਤੂੰ ਬਕ ਲੈ, ਹਾਲਾਂਕਿ ਬਕਣ ਦਾ ਮਤਲਬ ਬੋਲਣਾ ਹੀ ਹੈ, ਪਰ ਕਿਉਂਕਿ ਕੁਝ ਸ਼ਬਦ ਹਨ ਉਹਨਾਂ ਦੇ ਪ੍ਰਤੀ ਜਿਹੜੀ ਹੈ ਸਮਾਜ ਵਿੱਚ ਧਾਰਨਾ ਐਸੀ ਬਣ ਜਾਂਦੀ ਹੈ ਕਿ ਇਹ ਸ਼ਬਦ ਜਿਹੜੇ ਹਨ ਇਹ ਨੈਗੇਟਿਵ ਵੇ ਵਿੱਚ ਹੀ ਵਰਤੇ ਜਾਂਦੇ, ਹਾਲਾਂਕਿ ਗੁਰਬਾਣੀ ਵਿੱਚ ਬੜੇ ਚੰਗੇ ਅਰਥਾਂ 'ਚ ਵਰਤੇ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਮੈਂ ਆਪਣੀ ਰਸਨਾ ਤੋਂ ਸ਼ੁਭ ਵਾਕ ਬੋਲਾਂ, ਚੰਗੇ ਬੋਲ ਬੋਲਾਂ, ਤੇਰੀ ਸਿਫਤ ਸਲਾਹ ਦੀ ਗੱਲ ਕਰਾਂ, ਉਹਨੂੰ ਬਕਣਾ ਕਿਹਾ ਹੈ। ਤੇ ਸਾਕਤ ਕਾ ਬਕਨਾ ਇਹੋ ਜਾਨੋ ਵੀ ਲਿਖਿਆ ਹੈ। ਇੱਥੇ ਵੀ ਕਿਹਾ ਹੈ ਕਾਏ ਰੇ ਬਕਬਾਦ, ਵਿਅਰਥ ਕਿਸਮ ਦੇ ਬੋਲ ਬੋਲਦੇ ਹੋ, ਜਿਨ੍ਹਾਂ ਦੀ ਜਿਹੜੇ ਨਾ ਸ਼ੁੱਧ ਭਾਵਨਾ ਚੋਂ ਨਿਕਲੇ ਨੇ, ਨਾ ਹੀ ਉਹ ਕਿਸੇ ਹਾਲਾਤ ਨੂੰ ਫਰਕ ਪਾਉਣਗੇ ਤੇ ਨਾ ਹੀ ਉਹਨਾਂ ਦਾ ਕੋਈ ਮਕਸਦ ਸਹੀ। ਉਹ ਤਿੰਨਾਂ ਪੜਾਵਾਂ ਵਿੱਚ ਹੀ ਗਏ ਗੁਜ਼ਰੇ ਬੋਲ ਨੇ। ਬਕਬਾਦ ਲਾਇਓ, ਕਿਉਂ ਵਿਅਰਥ ਦੀ ਬੋਲੀ ਬੋਲ ਕੇ ਆਪਣਾ ਸਮਾਂ ਇਸ ਪਾਸੇ ਲਾ ਰਹੇ ਹੋ। ਜਿਨ ਹਰ ਪਾਇਓ ਤਿਨ ਛਪਾਇਓ, ਅਸਲ ਵਿੱਚ ਇਹ ਭਗਤ ਨਾਮਦੇਵ ਸਾਹਿਬ ਇਹ ਕਥਨ ਕਿਉਂ ਕਰ ਰਹੇ ਨੇ, ਇਸ ਦੇ ਥੋੜੇ ਭਾਵ ਨੂੰ ਸਮਝੀਏ। ਰੱਬ ਬਾਰੇ, ਪਰਮੇਸ਼ਰ ਬਾਰੇ ਸਦੀਆਂ ਤੋਂ ਡਿਬੇਟ ਚੱਲਦੀ ਆ ਰਹੀ ਹੈ ਤੇ ਚੱਲਦੀ ਰਹੇਗੀ, ਔਰ ਇਹ ਡਿਬੇਟ ਆਸਤਕ ਨਾਸਤਕ ਵਿਚਕਾਰ ਹੀ ਨਹੀਂ ਚੱਲਦੀ, ਇਹ ਡਿਬੇਟ ਆਸਤਕਾਂ ਵਿਚਕਾਰ ਵੀ ਆਪਣੇ ਕਿਸਮ ਦੀ ਚੱਲਦੀ ਹੈ ਤੇ ਨਾਸਤਕਾਂ ਵਿਚਕਾਰ ਵੀ ਆਪਣੇ ਕਿਸਮ ਦੀ ਚੱਲਦੀ ਹੈ। ਭਾਵ ਜਿਹੜੇ ਰੱਬੀ ਹੋਂਦ ਵਿੱਚ ਯਕੀਨ ਨਹੀਂ ਕਰਦੇ ਉਹਨਾਂ ਵਿੱਚ ਵੀ ਕਈ ਲੈਵਲ ਤੇ ਡਿਬੇਟ ਚੱਲਦੀ ਹੈ, ਜਿਹੜੇ ਰੱਬ ਦੀ ਹੋਂਦ ਵਿੱਚ ਯਕੀਨ ਕਰਦੇ ਨੇ ਉਹਨਾਂ ਵਿੱਚ ਵੀ ਕਈ ਵਿਸ਼ਿਆਂ ਨੂੰ ਲੈ ਕੇ ਲਗਾਤਾਰ ਡਿਬੇਟ ਸਦੀਆਂ ਤੋਂ ਚੱਲ ਰਹੀ ਹੈ ਤੇ ਚੱਲਦੀ ਰਹੇਗੀ। ਫਿਰ ਹੋਰ ਵੇਖੋ, ਇੱਕ ਧਰਮ ਗ੍ਰੰਥ ਨੂੰ ਮੰਨਣ ਵਾਲਿਆਂ ਵਿੱਚ ਵੀ ਕਈ ਤਰ੍ਹਾਂ ਦੀ ਡਿਬੇਟ ਚੱਲਦੀ। ਡਿਬੇਟ ਕਰਨੀ ਜਾਂ ਸੰਵਾਦ ਕਰਨਾ ਜਿਹੜਾ ਹੈ ਉਹ ਕੋਈ ਗਲਤ ਗੱਲ ਨਹੀਂ ਹੈ। ਉਸ ਸੰਵਾਦ ਵਿੱਚੋਂ ਮਨੁੱਖ ਮੰਥਨ ਕਰਦਾ, ਰਿੜਕ ਕੇ ਕਿਸੇ ਚੀਜ਼ ਨੂੰ, ਵਿਚਾਰਾਂ ਨੂੰ ਰਿੜਕ ਕੇ ਉਹਦੇ ਵਿੱਚੋਂ ਕੁਝ ਤੱਤ ਕੱਢਦਾ, ਕੁਝ ਸਿੱਖਦਾ, ਕੁਝ ਜਾਣਦਾ, ਉਹਦੇ ਅੰਦਰ ਕਲੈਰਿਟੀ ਆਉਂਦੀ ਹੈ, ਉਹਦੇ ਅੰਦਰ
ਉਸ ਚੀਜ਼ ਨੂੰ ਲੈ ਕੇ ਉਸ ਸੰਵਾਦ ਦੇ ਵਿੱਚੋਂ ਕੁਝ ਤੱਤ ਨਿਕਲਦੇ ਨੇ ਜਿਹੜੇ ਉਹਦੀ ਸੁਰਤ ਦੇ ਅੰਦਰ ਬਹਿ ਜਾਂਦੇ ਨੇ ਤੇ ਉਹਨਾਂ ਨੂੰ ਕਮਾਉਣ ਦਾ ਯਤਨ ਕਰਦਾ ਹੈ। ਇਹਨੂੰ ਗੁਰਬਾਣੀ ਵਿੱਚ ਵਿਚਾਰ ਸ਼ਬਦ ਨਾਲ ਸਤਿਗੁਰੂ ਨੇ ਬਿਆਨ, ਵਿਚਾਰ ਦਾ ਮਤਲਬ ਹੁੰਦਾ ਹੈ ਮੰਥਨ ਕਰਨਾ, ਉਹਦੇ ਤੱਤ ਭਾਵ ਨੂੰ ਸਮਝਣ ਦਾ ਅਭਿਆਸ ਕਰਨਾ। ਉਹ ਸਾਰੇ ਅਭਿਆਸ ਦਾ ਨਾਮ ਵਿਚਾਰ ਹੈ ਗੁਰਬਾਣੀ ਦੇ ਅੰਦਰ। ਪਰ ਗੁਰਮਤਿ ਨੇ ਜਿਹੜੀ ਚੀਜ਼ ਨੂੰ ਨਿਰਮੂਲ ਮੰਨਿਆ ਉਹ ਕੀ ਹੈ? ਵਿਵਾਦ। ਉਹ ਗੱਲ ਜਿਹੜੀ ਜਿੱਤ ਹਾਰ ਦੇ ਨਿਰਣੇ ਦੇ ਪ੍ਰਤੀ ਕੀਤੀ ਜਾਂਦੀ ਹੈ ਵੀ ਮੈਂ ਜਿੱਤ ਜਾਵਾਂ ਜਾਂ ਦੂਜਾ ਹਾਰ, ਜਿਹਦੇ ਵਿੱਚ ਮਕਸਦ ਹੀ ਜਿੱਤ ਹਾਰ ਦਾ ਹੋਵੇ। ਹਜ਼ੂਰ ਨੇ ਆ ਕੇ ਇਹੋ ਜਿਹੇ ਸੰਵਾਦ ਨੂੰ ਵਿਅਰਥ ਗੱਲਾਂ ਕਰਨਾ ਜਾਂ ਬਕਵਾਦ ਕਰਨਾ, ਬਕਵਾਸ ਕਰਨਾ ਹੀ ਕਿਹਾ ਜਾ ਸਕਦਾ। ਇਹਦਾ ਕੋਈ ਚੰਗਾ ਮਕਸਦ ਹੈ ਨਹੀਂ, ਨਾ ਇਹਦੇ ਚੋਂ ਕੁਝ ਨਿਕਲੇਗਾ। ਜਿੱਥੇ ਭਾਵਨਾ ਹੀ ਦੂਜੇ ਨੂੰ ਹਰਾਉਣ ਦੀ ਹੈ, ਹਰਾਸ ਕਰਨ ਦੀ ਹੈ, ਨੀਵਾਂ ਵਿਖਾਉਣ ਦੀ ਹੈ, ਭਾਵੇਂ ਉਹ ਸੰਵਾਦ ਧਰਮ ਗ੍ਰੰਥ ਦਾ ਹੀ ਕਿਉਂ ਨਾ ਹੋਵੇ, ਉਹ ਵਿਅਰਥ ਹੈ। ਕਿਉਂਕਿ ਉਹਦੇ ਪਿੱਛੇ ਭਾਵਨਾ ਵੀ ਗਲਤ ਹੈ, ਉਹ ਸਿਚੁਏਸ਼ਨ ਵੀ ਗਲਤ ਕ੍ਰੀਏਟ ਕਰੇਗਾ। ਮੈਂ ਇੱਕ ਵੇਖਦਾ ਸਾਂ ਬੜੇ ਚਿਰ ਪਹਿਲਾਂ, ਮੈਂ ਕਾਫੀ ਉਹਨੂੰ ਸੁਣਿਆ। ਇਸਲਾਮ ਦੇ ਵਿੱਚ ਕਈ ਫਿਰਕੇ ਨੇ, ਕਾਦਰੀ ਨੇ, ਸੋਹਰਾਵਰਦੀ ਨੇ, ਨਕਸ਼ਬੰਦੀ ਨੇ, ਹੋਰ ਕਈ ਤਰ੍ਹਾਂ ਦੇ। ਉਹਨਾਂ ਦੇ ਵਿੱਚ ਉਹ ਉਰਦੂ ਵਿੱਚ ਉਹਨੂੰ ਸ਼ਬਦ ਵਰਤਦੇ ਮੁਨਾਜ਼ਰਾ। ਉਹ ਮੁਨਾਜ਼ਰੇ ਕਰਦੇ ਸਨ। ਇੱਧਰ ਵੀ ਇੱਕ ਫਿਰਕੇ ਦਾ ਆਗੂ ਬਹਿ ਜਾਂਦਾ, ਇੱਧਰ ਵੀ ਉਹਦੇ ਵੀ ਚੇਲੇ, ਮਗਰ ਉਹਦੇ ਵੀ ਚੇਲੇ, ਮਾਇਕ ਲੱਗ ਜਾਂਦੇ। ਉਹ ਫਿਰ ਆਪਣੀਆਂ ਆਪਣੀਆਂ ਕਿਤਾਬਾਂ ਜਿਹੜੀਆਂ ਸਨ ਉਹ ਆਪਣੇ ਆਪਣੇ ਸਾਹਮਣੇ ਟੇਬਲ ਤੇ ਚੌਂਕੀ ਤੇ ਲਿਆ ਕੇ ਰੱਖ, ਉਹ ਫਿਰ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀਆਂ ਲਾਉਂਦੇ। ਤੁਸੀਂ ਆਹ ਲਿਖਿਆ, ਤੁਹਾਡੇ ਫਲਾਂ ਆਗੂ ਨੇ ਆਹ ਲਿਖਿਆ, ਤੁਹਾਡੀ ਕਿਤਾਬ 'ਚ ਆਹ ਲਿਖਿਆ, ਵਗੈਰਾ ਵਗੈਰਾ। ਉਹ ਦੂਜਾ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਟਾਰਗੇਟ ਕਰਦਾ। ਫਿਰ ਉਹ ਇੱਕ ਦੂਜੇ ਦੇ ਪ੍ਰਤੀ ਹੌਲੀ ਹੌਲੀ ਉਤੇਜਨਾ ਵਿੱਚੋਂ ਆਪਣੀਆਂ ਖੂਬੀਆਂ ਤੇ ਦੂਜੇ ਦੇ ਔਗਣ ਦੱਸ, ਧਰਮ ਨੂੰ ਲੈ ਕੇ ਮਜ਼ਹਬ, ਇੱਕ ਹੀ ਮਜ਼ਹਬ ਦੇ ਨਾਲ ਸੰਬੰਧ ਰੱਖਦੇ। ਤੁਸੀਂ ਵੇਖੋ ਕੁਰਾਨ ਪਾਕ ਨੂੰ, ਹਦੀਸ ਨੂੰ, ਸ਼ਰੀਅਤ ਨੂੰ ਤੇ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸ਼ਖਸੀਅਤ ਨੂੰ ਤੇ ਉਹਨਾਂ ਦੇ ਵਿਚਾਰਾਂ ਨੂੰ ਲੈ ਕੇ, ਜੀਵਨ ਨੂੰ ਲੈ ਕੇ ਡਿਬੇਟ ਹੁੰਦੀ। ਹਾਲਾਂਕਿ ਦੋਵੇਂ ਇਹ ਦੱਸਣ ਦਾ ਯਤਨ ਕਰਦੇ ਸਨ ਵੀ ਸਾਡੀ ਸ਼ਰਧਾ ਇਸਲਾਮ ਤੇ ਤੁਹਾਡੇ ਨਾਲੋਂ ਕਿਤੇ ਵੱਧ ਹੈ। ਵੇਖੋ ਸਾਡੀਆਂ ਲਿਖਤਾਂ 'ਚ ਆਹ ਲਿਖਿਆ। ਦੂਜਾ ਵੀ ਐਵੇਂ ਕਰਦਾ ਤੇ ਇੱਕ ਦੂਜੇ ਦੀਆਂ ਗਲਤੀਆਂ ਵੀ ਕੱਢਦੇ। ਹੁਣ ਉਹ ਜਿਹੜੀ ਚੀਜ਼ ਹੈ ਵੀ ਤੂੰ ਇਹ ਗਲਤ ਲਿਖਿਆ, ਇਹ ਉਹਨਾਂ ਦੀ ਇੱਜ਼ਤ ਹਾਨੀ ਕਰਦੀ ਹੈ, ਇਹ ਕੁਰਾਨ ਦੀ ਸਹੀ ਵਿਆਖਿਆ ਨਹੀਂ ਕਰਦੀ, ਵਗੈਰਾ ਵਗੈਰਾ। ਬੜਾ ਕੁਝ ਦੋਵੇਂ ਪਾਸੇ ਚੱਲਦਾ। ਕਈ ਵਾਰ ਉਹ ਤੱਤੇ ਠੰਡੇ ਵੀ ਹੋ ਜਾਂਦੇ। ਕਮਾਲ ਇਹ ਆ ਵੀ ਜਿਹੜੇ ਕਿਤਾਬਾਂ ਚੁੱਕ ਕੇ ਲਿਆਏ ਸਨ ਉਹ ਬਾਹਾਂ ਵੀ ਟੰਗ ਲੈਂਦੇ। ਦੋ ਹੱਥ ਕਰਨੇ, ਜਿਹਨੂੰ ਆਪਾਂ ਕਹਿੰਦੇ ਪੰਜਾਬੀ ਦੋ ਹੱਥ, ਵੀ ਤੂੰ ਕਿਤਾਬਾਂ ਲਿਆਈ ਕਿਉਂ? ਜੇ ਗਾਲੀ ਪੈਣਾ ਸੀ ਤੁਸੀਂ ਡਾਂਗਾ ਲੈ ਕੇ ਆਉਂਦੇ, ਹਥਿਆਰ ਲੈ ਕੇ ਆਉਂਦੇ ਤੇ ਬਾਹਰ ਮਸਜਿਦ ਤੋਂ ਕਿਤੇ ਜਗ੍ਹਾ ਰੱਖਦੇ, ਜਿਵੇਂ ਆਮ ਤੌਰ ਤੇ ਗਰੋਹ ਕਰਦੇ ਨੇ। ਗੱਲ ਜਿਹੜੀ ਹੈ ਉਹ ਵਿਚਾਰ ਤੋਂ ਸ਼ੁਰੂ ਹੋ ਰਹੀ ਹੈ ਤੇ ਮੁੱਖ ਤਕਰਾਰ ਤੇ ਰਹੀ ਹੈ। ਹੋਣਾ ਇਹ ਚਾਹੀਦਾ ਸੀ ਵੀ ਤਕਰਾਰ ਜਿਹੜੀ ਉਹ ਵਿਚਾਰ ਤੇ ਆ ਕੇ ਮੁੱਕ ਜਾਂਦੀ, ਪਰ ਉਲਟਾ ਹੋ ਰਿਹਾ। ਪਰ ਹੋ ਕਿਉਂ ਰਿਹਾ ਹੈ? ਕਿਉਂਕਿ ਵਿਚਾਰ ਦਾ ਪਿੱਛੇ ਜਿਹੜਾ ਮੋਟਿਵ ਹੀ ਗਲਤ ਹੈ। ਉਹਦਾ ਮੰਥਨ ਕਰਨਾ ਤਾਂ ਮਕਸਦ ਹੀ ਨਹੀਂ ਵੀ ਇਹਦੇ ਵਿੱਚੋਂ ਮੰਥਨ ਕਰਕੇ ਕੁਝ ਸਮਝੀਏ, ਕੁਝ ਮੈਂ ਸਮਝਾਂ, ਕੋਈ ਦੂਜਾ ਸਮਝੇ, ਕੁਝ ਮੈਂ ਸਿੱਖਾਂ, ਕੁਝ ਦੂਜਾ ਸਿੱਖੇ। ਉਹ ਤਾਂ ਮਕਸਦ ਹੀ ਹੈ ਵੀ ਜੇ ਮੈਂ ਸਹੀ ਹਾਂ ਉਹ ਗਲਤ ਹੈ ਤੇ ਮੈਂ ਇਹਨੂੰ ਦੱਸਣ ਜਾ ਰਿਹਾ। ਤੇ ਦੋਵਾਂ ਦੀ ਹਉਮੈ ਜਦੋਂ ਟਕਰਾ ਜਾਂਦੀ ਹੈ ਤੇ ਕਿਤਾਬਾਂ ਤੋਂ ਗੱਲ ਦੂਰ ਚਲੀ ਜਾਂਦੀ ਹੈ। ਉਹ ਦੂਰੀਆਂ ਤੇ ਖਾਈਆਂ ਵੱਧ ਜਾਂਦੀਆਂ ਨੇ। ਦੋਵੇਂ ਧਿਰਾਂ ਹੀ ਫਿਰ ਬਾਅਦ ਰਿਜ਼ਲਟ ਕੋਈ ਨਹੀਂ ਨਿਕਲਦਾ। ਦੋਵੇਂ ਧਿਰਾਂ ਦੇ ਬੰਦੇ ਆਪਣੇ ਆਪਣੇ ਡਿਬੇਟ ਕਰਨ ਵਾਲੇ ਨੂੰ ਫਿਰ ਵਡਿਆਉਂਦੇ ਨੇ। ਵੇਖਿਆ ਇਸ ਗੱਲ ਦਾ ਉਹਨੂੰ ਜਵਾਬ ਨਹੀਂ ਆਇਆ। ਦੂਜਾ ਕਹਿੰਦੇ ਵੇਖਿਆ ਸਾਡੀ ਇਸ ਗੱਲ ਦਾ। ਉਹ ਆਪਣੀ ਆਪਣੀ ਜਿੱਤੀ ਹੋਈ ਕਹਾਣੀ ਬਾਹਰ ਜਾ ਕੇ ਦੁਨੀਆ ਨੂੰ ਸੁਣਾਉਂਦੇ। ਇਸ ਰੋਗ ਤੋਂ ਅਸੀਂ ਵੀ ਮੁਕਤ ਨਹੀਂ ਹੋਏ। ਬੜੀ ਗਹਿਰੀ ਤਰ੍ਹਾਂ ਅਸੀਂ ਵੀ ਪੀੜਤ ਹਾਂ ਇਹਨਾਂ ਬਿਮਾਰੀਆਂ ਤੋਂ। ਹਾਲਾਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਵਿੱਚ ਤਾਂ ਬਾਦ ਵਿਵਾਦ ਕਾਹੂ ਸਿਓ ਨਾ ਕੀਜੈ, ਸੰਵਾਦ ਦੀ, ਵਿਚਾਰ ਦੀ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੀ ਨਸੀਹਤ ਕੀਤੀ ਹੈ, ਉਪਦੇਸ਼ ਦਿੱਤਾ। ਤੇ ਖਾਸ ਤੌਰ ਤੇ ਜਦੋਂ ਸੰਵਾਦ ਤੇ ਵਿਚਾਰ ਫਿਲੋਸਫੀਕਲ ਟੌਪਿਕ ਦੇ ਉੱਤੇ ਹੋਵੇ, ਉੱਥੇ ਤਾਂ ਲੜਨ ਦੀ ਲੋੜ ਹੀ ਕੋਈ ਨਹੀਂ ਹੁੰਦੀ। ਮੰਨ ਲਓ ਜੇ ਦੂਜੇ ਦੇ ਖਿਆਲ ਮੈਨੂੰ ਨਹੀਂ ਚੰਗੇ ਲੱਗਣਗੇ ਤਾਂ ਉਹ ਮੇਰੇ ਖਿਆਲ ਖੋਹ ਥੋੜ੍ਹੀ ਲੈਣ ਲੱਗਾ। ਮੇਰੇ ਤਾਂ ਮੇਰੇ ਕੋਲ ਹੀ ਰਹਿਣੇ ਨੇ ਨਾ। ਮੈਂ ਨਾ ਮੰਨਾਂ, ਮੈਂ ਆਪਣੇ ਖਿਆਲਾਂ ਮੁਤਾਬਕ ਜੀਵੀ ਜਾਵਾਂ, ਪ੍ਰੋਬਲਮ ਕੀ ਹੈ? ਪਰ ਨਹੀਂ, ਬੰਦੇ ਨੂੰ ਖਿਝ ਚੜ੍ਹਦੀ ਵੀ ਇਹਦੇ ਖਿਆਲ ਇਹੋ ਜਿਹੇ ਕਿਉਂ ਨੇ, ਇਹੋ ਜਿਹੇ ਵਿਚਾਰ ਇਹਦੇ ਕਿਉਂ ਨੇ।
ਜਦੋਂ ਤੁਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੀ ਗਾਥਾ ਪੜ੍ਹਦੇ ਹੋ, ਹਜ਼ੂਰ ਦਾ ਔਰੰਗਜ਼ੇਬ ਦੇ ਨਾਲ ਕਈ ਪੱਖਾਂ ਤੋਂ ਉਹਦੀ ਹਕੂਮਤ ਨਾਲ ਕਲੈਸ਼ ਹੈ, ਪਰ ਔਰੰਗਜ਼ੇਬ ਦੀ ਬਿਰਤੀ ਦੇ ਵਿੱਚ ਇੱਕ ਚੀਜ਼ ਹੈ, ਹਰ ਕੋਈ ਮੇਰੇ ਵਾਂਗ ਇੱਕ ਅੱਲਾ ਨੂੰ ਮੰਨੇ। ਹਾਲਾਂਕਿ ਉਹ ਖੁਦ ਬੇਈਮਾਨ ਹੈ, ਪਰ ਉਮੀਦ ਕਰਦਾ ਦੁਨੀਆ ਅੱਲਾ ਨੂੰ ਮੰਨੇ। ਆਪ ਉਹਦਾ ਕੀ ਯਕੀਨ ਹੈ, ਕੀ ਉਸਨੇ ਕੁਰਾਨੇ ਪਾਕ ਦੇ ਉੱਤੇ ਅਮਲ ਕੀਤਾ? ਸਰਮਦ ਵਰਗੇ ਫਕੀਰ ਤਾਂ ਕਹਿੰਦੇ ਨਹੀਂ ਕੀਤਾ, ਪਰ ਉਹਦੀ ਰਾਜਨੀਤਿਕ ਸੱਤਾ ਜਿਹੜੀ ਹੈ, ਜਿਸ ਫਿਰਕੇ ਨਾਲ ਉਹ ਤਾਲੁਕਾਤ ਰੱਖਦਾ ਹੈ ਨਕਸ਼ਬੰਦੀਆਂ ਨਾਲ, ਉਹਨਾਂ ਰਾਹੀਂ ਉਹਦਾ ਪਰਪਸ ਇਹ ਹੈ ਵੀ ਸਾਰੇ ਆਪਣੀ ਸਟੇਟ ਨੂੰ ਇੱਕ ਮਜ਼ਹਬੀ ਰੰਗ ਵਿੱਚ ਮੈਂ ਰੰਗ ਦਿਆਂ। ਇਸਲਾਮ ਨੂੰ ਮੰਨਣ ਵਾਲੀ, ਕੁਰਾਨੇ ਪਾਕ 'ਤੇ ਯਕੀਨ ਕਰਨ ਵਾਲੀ, ਹਜ਼ਰਤ ਮੁਹੰਮਦ ਸਾਹਿਬ 'ਤੇ ਇਕਤਾਦ ਰੱਖਣ ਵਾਲੀ ਇਹ ਸਾਰੀ ਜਨਤਾ ਹੋਵੇ। ਪਰ ਇਹ ਨਹੀਂ ਦੱਸਦਾ ਵੀ ਯਕੀਨ ਦੇ ਅਰਥ ਕੀ ਹੋਣੇ ਚਾਹੀਦੇ ਨੇ। ਕੇਵਲ ਇੰਨਾ ਕਹਿਣ ਨਾਲ ਕਲਮਾ ਪੜ੍ਹ ਲਿਆ ਜੇ ਤੂੰ ਮੁਸਲਮਾਨ ਹੋ ਗਈ, ਗੱਲ ਮੁੱਕ ਗਈ। ਖੁਦ ਤੂੰ ਬੇਈਮਾਨ ਹੈ, ਸਾਰੀ ਸਟੇਟ ਨੂੰ ਤੂੰ ਇੱਕ ਧਰਮ ਦੇ ਰੰਗ ਵਿੱਚ ਰੰਗਣ ਦੀ ਇੱਛਾ ਰੱਖਦਾ ਹੈ। ਇਹ ਕਿਹੋ ਜਿਹੀ ਗੱਲ ਹੋਈ? ਪਰ ਉਹ ਇਸ ਪਾਸੇ ਡਿਬੇਟ ਨੂੰ ਜਾਣ ਨਹੀਂ। ਜਿਹੜਾ ਵੀ ਇਸ ਪਾਸੇ ਵੱਲ ਰੁਖ ਕਰੇਗਾ ਨਾ, ਸਰਮਦ ਨੇ ਕੀਤਾ, ਉਹਨੇ ਕਿਹਾ ਤੇਰੀ ਜ਼ਮੀਰ ਹੀ ਨੰਗੀ ਹੈ, ਤੂੰ ਮੇਰੇ ਨੰਗੇ ਪਿੰਡੇ ਦੀ ਗੱਲ ਕੀ ਕਰਨਾ? ਉਹਨੇ ਆਖਿਆ ਇਹਦਾ ਸਿਰ ਕਲਮ ਕਰ ਦਿਓ। ਕਾਜ਼ੀ ਸਨ ਉਹਦੇ ਕੋਲ, ਮੋਹਰੇ ਸਨ। ਹੁਣ ਉਹ ਜਿਹੜੀ ਸਾਰਾ ਦਾ ਸਾਰਾ ਵਰਤਾਰਾ ਹੈ, ਉਹ ਹਉਮੈ ਤੇ ਸਵਾਰਥ ਉੱਤੇ ਖੜੀ ਹੋਈ ਖੇਡ ਹੈ। ਉਹਦੇ 'ਚ ਧਰਮ ਦਾ ਕੋਈ ਮਤਲਬ ਨਹੀਂ। ਧਰਮ ਦਾ ਤਾਂ ਲੇਬਲ ਵਰਤਿਆ ਜਾਂਦਾ ਹੈ। ਮਜ਼ਹਬ ਨੂੰ, ਪੈਗੰਬਰ ਸਾਹਿਬ ਦੇ ਮਾਣ ਸਨਮਾਨ ਨੂੰ, ਕੁਰਾਨੇ ਪਾਕ ਦੇ ਉੱਚੇ ਰੁਤਬੇ, ਉੱਥੇ ਤਾਂ ਵਰਤਿਆ ਜਾਂਦਾ ਹੈ। ਤਾਂ ਉਹ ਜਿਹੜੀ ਚੀਜ਼ ਹੈ, ਭਗਤ ਜੀ ਇੱਥੇ ਕੀ ਕਹਿੰਦੇ ਨੇ ਵੀ ਤੁਸੀਂ ਧਰਮ ਗ੍ਰੰਥਾਂ ਦੇ ਵੱਖਰੇ ਵੱਖਰੇ ਉਪਦੇਸ਼ਾਂ ਨੂੰ ਵਰਤਦੇ ਹੋ ਤੇ ਫਿਰ ਉਹਨਾਂ ਦੇ ਉੱਤੇ ਡਿਬੇਟ ਕਰਦੇ ਹੋ, ਵਿਵਾਦ ਕਰਦੇ ਹੋ। ਖੁਦ ਜਿਸ ਭਾਰਤ ਦੀ ਧਰਤੀ ਦੇ ਉੱਤੇ ਭਗਤ ਨਾਮਦੇਵ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ, ਪੈਦਾ ਹੋਏ, ਉੱਥੇ ਹੀ 6 ਸ਼ਾਸਤਰ ਨੇ। 6 ਸ਼ਾਸਤਰਾਂ ਵਿੱਚ ਨਾਸਤਕ ਸ਼ਾਸਤਰ ਵੀ ਹੈ, ਜਿਹੜਾ ਕੋਈ ਰੱਬੀ ਹੋਂਦ ਨਹੀਂ ਮੰਨਦਾ। ਆਸਤਕ ਸ਼ਾਸਤਰ ਵੀ ਹੈ। 6 ਸ਼ਾਸਤਰ ਹੈ। ਅਸੀਂ ਜਦੋਂ ਇਹ 2 ਪੰਕਤੀਆਂ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਨੇ ਕਿੰਨੇ ਸੁਖੈਨ ਢੰਗ ਨਾਲ ਗੱਲ ਕਲੀਅਰ ਕੀਤੀ ਹੈ। 6 ਘਰ, 6 ਗੁਰ, 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। 6 ਸ਼ਾਸਤਰ ਨੇ, 6 ਉਹਨਾਂ ਦੇ ਰਚਣ ਵਾਲੇ ਨੇ, ਤੇ 6 ਹੀ ਉਹਨਾਂ ਸ਼ਾਸਤਰਾਂ ਦੀਆਂ ਵੱਖਰੀਆਂ ਵੱਖਰੀਆਂ ਵਿਚਾਰ ਵਿਧੀਆਂ। ਇੱਕ ਪਦਾਰਥ ਨੂੰ ਸਭ ਕੁਝ ਮੰਨਦਾ, ਇੱਕ ਪਦਾਰਥ ਦੇ ਪਿੱਛੇ ਦੀ ਸੱਤਾ ਨੂੰ ਮੰਨਦਾ, ਇੱਕ ਕਹਿੰਦਾ ਆਤਮਾ ਹੈ, ਕਹਿੰਦਾ ਆਤਮਾ ਨਹੀਂ ਹੈ। ਤੋ ਨਿਆਏ ਸ਼ਾਸਤਰ ਹੈ, ਮੀਮਾਂਸਾ ਹੈ, ਵਿਦਾਂਤ ਹੈ, ਪਤੰਜਲੀ ਹੈ। ਸਾਰੇ 6 ਦੇ 6 ਸ਼ਾਸਤਰ ਜਿਹੜੇ ਨੇ ਉਹ ਵੱਖਰੇ ਵੱਖਰੇ ਵਿਚਾਰ ਪ੍ਰਗਟ ਕਰਦੇ। ਉਹਨਾਂ 'ਚ ਵੀ 100 ਉਹਨਾਂ ਨੂੰ ਲੈ ਕੇ ਸਦੀਆਂ ਤੋਂ ਡਿਬੇਟ ਹੋ ਰਹੀ। ਤੋ ਇੱਥੇ ਭਗਤ ਜੀ ਕੀ ਕਹਿ ਰਹੇ ਹਨ? ਤੁਸੀਂ ਪਰਮੇਸ਼ਰ ਦੇ ਨਾਮ ਉੱਤੇ ਸੰਵਾਦ ਨਹੀਂ, ਵਿਵਾਦ ਕਰਦੇ ਹੋ, ਤੇ ਉਹ ਵਿਵਾਦ ਵਿੱਚੋਂ ਇਹ ਦਾਅਵਾ ਕਰਦੇ ਹੋ ਵੀ ਜਿਹੜਾ ਮੇਰਾ ਖਿਆਲ ਹੈ ਉਹ 100% ਸੱਚ ਹੈ। ਹਾਲਾਂਕਿ ਤੁਹਾਡਾ ਆਪਣਾ ਅਨੁਭਵ ਜਰਾ ਜਿੰਨਾ ਵੀ ਨਹੀਂ ਇਸ ਵਿਸ਼ੇ ਦੇ ਉੱਤੇ। ਜਿਨ ਹਰ ਪਾਇਓ ਤਿਨੇ ਛਪਾਇਓ। ਜਿਨ੍ਹਾਂ ਨੇ ਹਰੀ ਨੂੰ ਪਾਇਆ ਹੈ, ਜਿਨ੍ਹਾਂ ਪਰਮੇਸ਼ਰ ਤੱਕ ਰਸਾਈ ਕੀਤੀ ਹੈ, ਜਿਹੜੇ ਵਾਹਿਗੁਰੂ ਨਾਲ ਆਤਮਿਕ ਤੌਰ ਤੇ ਕਸੁਰ ਹੁੰਦੇ ਹਨ, ਤਿਨੇ ਛਪਾਇਓ। ਛਪਾਇਓ ਦਾ ਮਤਲਬ ਹੈ ਉਹਨਾਂ ਵਾਦ ਵਿਵਾਦ ਤੋਂ ਉਸ ਪਰਮੇਸ਼ਰੀ ਹਸਤੀ ਦੇ ਪ੍ਰੇਮ ਨੂੰ ਮੁਕਤ ਰੱਖਿਆ। ਛਪਾਇਓ ਦਾ ਮਤਲਬ ਲੁਕਾਉਣਾ ਨਹੀਂ। ਇੱਥੇ ਇਹ ਕੰਟੈਕਸਟ ਵਿੱਚ ਵਰਤਿਆ ਨਾ ਸ਼ਬਦ। ਜੇ ਛਪਾਉਣ ਦੀ, ਨਾਂ ਦੱਸਣ ਦੀ ਗੱਲ ਹੁੰਦੀ ਤੇ ਗੁਰੂ ਨਾਨਕ ਸਾਹਿਬ ਨੂੰ ਇੱਕ ਨਿਰੰਕਾਰ ਦੀ ਗੱਲ ਦੁਨੀਆ ਨਾਲ ਸਾਂਝੀ ਕਰਨ ਦੀ ਲੋੜ ਨਹੀਂ ਸੀ। ਫਿਰ ਤਾਂ ਉਹ ਚੀਜ਼, ਉਹ ਲੋਕ ਸਹੀ ਨੇ ਜਿਹੜੇ ਕੰਨਾਂ 'ਚ 5 ਮੰਤਰ ਦੇ ਕੇ ਕਹਿ ਦਿੰਦੇ ਨੇ ਕਿ ਲਓ ਜੀ ਤੁਹਾਨੂੰ ਨਾਮ ਮਿਲਿਆ, ਅੱਗੇ ਨਾ ਦੱਸਿਓ। ਫਿਰ ਤਾਂ ਉਹ ਜ਼ਿਆਦਾ ਲੁਕਾਉਂਦੇ ਨੇ। ਤੋ ਛਪਾਇਓ ਦਾ ਅਰਥ ਇਸ ਜਗ੍ਹਾ ਤੇ ਬਿਲਕੁਲ ਲੁਕੋ ਕੇ ਰੱਖਣਾ, ਦੁਨੀਆ ਤੋਂ ਪਾਸੇ ਰੱਖਣਾ ਨਹੀਂ ਹੈ। ਛਪਾਇਓ ਦਾ ਮਤਲਬ ਹੈ ਢੰਡੋਰਾ ਨਹੀਂ ਪਿੱਟਣਾ ਵੀ ਮੈਨੂੰ ਪਤਾ ਹੈ ਤੇ ਮੇਰੀ ਗੱਲ ਨੂੰ ਸਹੀ ਮੰਨੋ। ਜਿਹਨੇ ਚਾਖੀ ਸੋਈ ਜਾਣਾ, ਗੂੰਗੇ ਕੀ ਮਠਿਆਈ। ਪਰ ਨਾਲ ਅਗਲੀ ਪੰਕਤੀ ਕੀ ਹੈ? ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਤੋ ਛਪਾਇਓ ਦਾ ਭਾਵ ਹੈ ਵੀ ਉਹ ਵਾਦ ਵਿਵਾਦ ਦਾ ਭਾਗ ਨਹੀਂ ਬਣਾਉਂਦਾ ਇਸ ਚੀਜ਼ ਨੂੰ। ਉਹਨੂੰ ਜੀਣ ਵਿੱਚ ਬਿਲੀਵ ਕਰਦਾ ਹੈ।
ਉਹਨੂੰ ਹੰਡਾਉਣ ਵਿੱਚ ਯਕੀਨ ਕਰਦਾ ਹੈ, ਉਸ ਨੂੰ ਮਾਨਣ ਦੇ ਵਿੱਚ ਯਕੀਨ ਕਰਦਾ ਹੈ, ਤੇ ਉਹਦੀ ਤਰਜ਼ੇ ਜ਼ਿੰਦਗੀ ਹੀ ਸਭ ਤੋਂ ਵੱਡਾ ਪ੍ਰਚਾਰ ਮਾਧਿਅਮ ਹੋ ਨਿਬੜਦੀ ਹੈ। ਉਹ ਵਿਵਾਦ ਨਾਲ ਸਿੱਧ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਟੌਪਿਕ ਵਿਵਾਦ ਨਾਲ ਸਿੱਧ, ਜੇਧਾਰ ਨਾਲ ਸਿੱਧ ਕਰਨ ਦਾ ਹੈ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਬ੍ਰਹਮਦਾਸ ਨੂੰ ਕਿਹਾ ਸੀ ਨਾ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ। ਤੋ ਇਸ ਵਾਸਤੇ ਇਸ ਜਗ੍ਹਾ ਦੇ ਉੱਤੇ ਫਰਮਾਇਆ ਪਹਿਲੇ ਵਾਕ ਵਿੱਚ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਕੋਈ ਉਹਨੂੰ ਨੇੜੇ ਕਥਦਾ ਹੈ, ਕੋਈ ਉਹਨੂੰ ਦੂਰ ਕਹਿੰਦਾ। ਆਪਣੀ ਆਪਣੀ ਸਮਝ ਹੈ, ਜਿੰਨਾ ਕਿਸੇ ਨੇ ਜਾਣਿਆ ਉਹਨਾਂ ਕਹਿੰਦਾ। ਪਰ ਇਹ ਵੀ ਹੋ ਸਕਦਾ ਹੁਣ ਨੇੜੇ ਕਹਿਣਾ ਤੇ ਚੰਗੀ ਗੱਲ ਹੈ। ਆਪਾਂ ਨੂੰ ਭਾਵੇਂ ਬਿਲਕੁਲ ਵੀ ਇਸ ਪਾਸੇ ਦਾ ਕੋਈ ਅਹਿਸਾਸ ਨਾ ਵੀ ਹੋਵੇ, ਪਰ ਸਾਨੂੰ ਕਿਹਾ ਕਿ ਰੱਬ ਤਾਂ ਬਹੁਤ ਦੂਰ। ਆਪਾਂ ਕਹਾਂਗੇ ਨਹੀਂ, ਸਾਰਿਆਂ 'ਚ ਰਹਿੰਦਾ। ਸਾਡਾ ਅਹਿਸਾਸ ਭਾਵੇਂ ਇਸ ਪਾਸੇ ਨਹੀਂ। ਹੁਣ ਦੂਰ ਕਹਿਣ ਵਾਲੇ ਦਾ ਵੀ ਅਹਿਸਾਸ ਨਹੀਂ ਹੁੰਦਾ ਤੇ ਉਹ ਇੰਨੀ ਵੱਡੀ ਗੱਲ ਕਹਿੰਦਾ ਹੀ ਨਾ। ਤੇ ਨੇੜੇ ਕਹਿਣ ਵਾਲਾ ਜਦੋਂ ਉਹਦੇ ਨਾਲ ਝਗੜਾ ਕਰਨ ਲੱਗ ਜਾਏ, ਇਹਦਾ ਮਤਲਬ ਉਹਨੂੰ ਫੋਰਸ ਕਰਕੇ ਉਹ ਦੱਸਣਾ ਚਾਹੁੰਦਾ ਵੀ ਨੇੜੇ ਹੈ। ਫਿਰ ਉਹ ਦਲੀਲਾਂ ਦੇਵੇਗਾ, ਪ੍ਰਮਾਣ ਦੇਵੇਗਾ। ਪਰ ਵੇਖਿਆ ਜਾਣਾ ਚਾਹੀਦਾ ਵੀ ਜਦੋਂ ਮੈਂ ਖਿੱਚਦਾ ਹਾਂ ਉਹਦੀ ਗੱਲ ਦੇ ਉੱਤੇ, ਉਹ ਕਹਿੰਦਾ ਦੂਰ ਹੈ ਤੇ ਮੈਂ ਖਿੱਚਦਾ, ਤਾਂ ਮੇਰੇ ਅੰਦਰ ਜਿਹੜੀ ਖਿੱਚ ਪੈਦਾ ਹੁੰਦੀ ਉਹ ਕਿਉਂ ਹੁੰਦੀ ਹੈ? ਇਹਦਾ ਮਤਲਬ ਮੈਂ ਵੀ ਉਸ ਤਲ ਤੇ ਪਹੁੰਚ ਨਹੀਂ ਸਕਿਆ ਪਰਮੇਸ਼ਰ ਨੂੰ ਜਾਣ ਕੇ, ਜਿੱਥੇ ਗੰਭੀਰਤਾ ਤੇ ਸਹਿਜ ਆਉਣਾ ਚਾਹੀਦਾ। ਖਿੱਚ ਤਾਂ ਹੀ ਆਉਂਦੀ ਹੈ ਨਾ, ਉਛਾਲਾ ਤਾਂ ਹੀ ਆਉਂਦਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੋ ਨਾ ਡੋਲੇ। ਕਿ ਉਹਨੂੰ ਨਹੀਂ ਪਤਾ ਤੇ ਉਹ ਦੂਰ ਕਹਿ ਰਿਹਾ। ਜੇ ਤੈਨੂੰ ਪਤਾ ਵੀ ਨੇੜੇ ਹੈ ਤੇ ਤੂੰ ਖਿੱਚਦਾ ਕਿਉਂ ਹੈ? ਉਹਦੇ ਕਹਿਣ ਨਾਲ ਦੂਰ ਥੋੜ੍ਹੀ ਚੱਲਿਆ, ਜਾਂ ਉਹਦੇ ਕਹਿਣ ਨਾਲ ਦੂਰ ਥੋੜ੍ਹੀ ਹੋ ਚੱਲਿਆ। ਜੋ ਕਹੇਗਾ ਨਹੀਂ ਹੈ ਤਾਂ ਉਹਦੇ ਨਾਲ ਸਾਬਤ ਥੋੜ੍ਹੀ ਹੋ ਚੱਲਿਆ। ਇਹਦਾ ਮਤਲਬ ਹੈ ਤੇਰੇ ਅੰਦਰ ਕਿਤੇ ਡਾਊਟ ਹੈ, ਸ਼ੰਕਾ ਹੈ, ਸੰਦੇਹ ਹੈ। ਉਹ ਸੰਦੇਹ ਤੇਰੇ ਅੰਦਰ ਕਿਤੇ ਨਾ ਕਿਤੇ ਬਣੇ ਹੋਏ ਨੇ ਤੇ ਉਹੀ ਤੇਰੇ ਲਈ ਖਤਰਾ ਨੇ। ਉਹ ਬੰਦੇ ਦੀ ਗੱਲ ਤੇਰੇ ਲਈ ਖਤਰਾ ਨਹੀਂ ਹੈ। ਤੇਰੇ ਅੰਦਰ ਸ਼ੱਕ ਪਹਿਲਾਂ ਹੀ ਹੈ। ਜਦੋਂ ਗੱਲ ਕਰਦਾ ਤੇ ਸ਼ੱਕ ਵੱਡਾ ਹੋ ਜਾਂਦਾ, ਤੈਨੂੰ ਖਤਰਾ ਲੱਗਣ ਲੱਗ ਜਾਂਦਾ। ਰੱਬ ਨੂੰ ਖਤਰਾ ਨਹੀਂ, ਖਤਰਾ ਤੇਰੇ ਈਮਾਨ ਨੂੰ ਹੈ, ਤੇਰੇ ਯਕੀਨ ਨੂੰ ਹੈ, ਤੇਰੇ ਵਿਸ਼ਵਾਸ ਨੂੰ ਹੈ। ਅਸੀਂ ਆਮ ਤੇ ਕਹਿ ਦਿੰਦੇ ਹਾਂ ਜੀ ਧਰਮ ਨੂੰ ਕੀ ਖਤਰਾ ਹੋ? ਧਰਮ ਤਾਂ ਅਸੀਂ ਨਹੀਂ ਸਾਂ ਜੰਮੇ ਤਦੋਂ ਵੀ ਸੀ। ਖਤਰੇ ਸਾਡੇ ਈਮਾਨ ਤੇ ਵਿਸ਼ਵਾਸ ਨੂੰ ਪੈਂਦੇ ਹਨ। ਉਹ ਜਿਹੜੀ ਚੀਜ਼ ਹੈ, ਜਦੋਂ ਅਸੀਂ ਕਿਸੇ ਕਲਚਰ ਨੂੰ ਖਤਰਾ ਹੋ ਸਕਦਾ, ਕਿਸੇ ਬੋਲੀ ਨੂੰ ਖਤਰਾ ਹੋ ਸਕਦਾ, ਕਿਸੇ ਪਹਿਰਾਵੇ ਨੂੰ ਹੋ ਸਕਦਾ, ਕਿਸੇ ਤਹਿਜੀਬ ਨੂੰ ਹੋ ਸਕਦਾ, ਕਿਸੇ ਸਮੂਹ ਜਾਂ ਇਕੱਠ ਦੇ ਹੱਕਾਂ ਹਕੂਕਾਂ ਨੂੰ ਹੋ ਸਕਦਾ। ਧਰਮ ਨੂੰ ਖਤਰਾ ਨਹੀਂ ਹੋ ਸਕਦਾ। ਇਹਦਾ ਮਤਲਬ ਧਰਮ ਅਸੀਂ ਪੈਦਾ ਕੀਤਾ, ਫਿਰ ਸਾਡੀ ਪ੍ਰੋਡਕਸ਼ਨ ਹੈ ਜਿਹਨੂੰ ਖਤਰਾ ਹੈ। ਧਰਮ ਤਾਂ ਮੁੱਢ ਕਦੀਮੀ ਹੈ। ਧਰਮ ਨੂੰ ਤਾਂ ਮਹਾਨ ਲੋਕਾਂ ਨੇ ਜਾਣਿਆ, ਅਨੁਭਵ ਰਾਹੀਂ ਜਾਣਿਆ, ਮਹਿਸੂਸ ਕੀਤਾ, ਜੀਵਿਆ ਤੇ ਪ੍ਰਗਟ ਕੀਤਾ। ਉਹ ਜਿਹੜੀ ਚੀਜ਼ ਹੈ, ਗੁਰੂ ਸਾਹਿਬ ਉਹਨੂੰ ਕਹਿੰਦੇ ਨੇ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੇ ਖਜੂਰ। ਉਹ ਕਹਿੰਦੇ ਜਦੋਂ ਇਸ ਤਰ੍ਹਾਂ ਦੇ ਲੋਕ ਵਾਦ ਕਰਨ, ਭਾਵੇਂ ਨੇੜੇ ਕਹਿਣ ਵਾਲਾ ਕਰੇ ਜਾਂ ਦੂਰ ਕਹਿਣ ਵਾਲਾ ਕਰੇ, ਇਹਨਾਂ ਦੀ ਆਤਮਿਕ ਜਾਂ ਮਾਨਸਿਕ ਸਮਰੱਥਾ ਵੇਖ ਕੇ, ਇਹਨਾਂ ਦਾ ਅੰਦਰ ਦਾ ਬੌਣਾ ਤੇ ਛੋਟਾਪਨ ਵੇਖ ਕੇ, ਗੱਲ ਕਿੱਡੀ ਵੱਡੀ ਡਿਬੇਟ ਕਿੱਡੇ ਵੱਡੇ ਮਸਲੇ ਤੇ ਕਰ ਰਹੇ ਨੇ ਤੇ ਜਾਣਦੇ ਕੁਝ ਵੀ ਨਹੀਂ। ਪਹੁੰਚ ਆਪਣੀ ਕਿਤੇ ਨਹੀਂ, ਰਸਾਈ ਕਿਤੇ ਨਹੀਂ। ਇਉਂ ਲੱਗਦਾ ਜਿਵੇਂ ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੋਵੇ, ਜੋ ਉਹਦੀ ਪਹੁੰਚ ਤੋਂ ਹੀ ਬਾਹਰ ਹੈ ਜਿਹੜੀ ਚੀਜ਼। ਤੋ ਅੱਗੇ ਆਖਦੇ ਹਨ, ਪੰਡਿਤ ਹੋਏ ਕਹਿ ਵੇਦ ਬਖਾਨੈ। ਪੰਡਿਤ ਤੋਂ ਭਾਵ ਹੈ ਜੋ ਧਰਮ ਗ੍ਰੰਥਾਂ ਦਾ, ਵੇਦਾਂ ਪੁਰਾਣਾ, ਸਿਮਰਤੀਆਂ, ਸ਼ਾਸਤਰਾਂ ਦਾ ਗਿਆਨੀ ਹੈ, ਜਾਣਕਾਰ ਹੈ, ਤੇ ਉਹਨਾਂ ਦੀਆਂ ਵਿਧੀਆਂ ਨੂੰ ਐਸਟੈਬਲਿਸ਼ ਕਰਦਾ, ਪ੍ਰਚਾਰਦਾ ਹੈ, ਦੱਸਦਾ ਹੈ। ਪੰਡਿਤ ਹੋਏ ਕਹਿ ਵੇਦ ਬਖਾਨੈ। ਉਹ ਵੇਦ ਵਿਖਾਣਦਾ, ਉਹਦੀਆਂ ਕੋਟੇਸ਼ਨਾਂ ਦਿੰਦਾ, ਉਹਨੂੰ ਕੋਡ ਕਰਦਾ, ਉਹਦੇ ਹਵਾਲੇ ਦਿੰਦਾ, ਤੇ ਉਹਨਾਂ ਦੇ ਹਵਾਲਿਆਂ ਰਾਹੀਂ ਸਿੱਧ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਜਿਵੇਂ ਮੰਨ ਲਓ ਆਪਾਂ ਦੋ ਜਣੇ, ਗੁਰਬਾਣੀ ਨੂੰ ਸਮਝਣ ਦੇ ਆਪਣੇ ਆਪਣੇ ਅੰਦਾਜ਼ ਹੋ ਸਕਦੇ ਨੇ। ਇਸ ਗੱਲ ਤੋਂ ਦੁਨੀਆ 'ਚ ਹਰ ਜਗ੍ਹਾ ਇਸ ਤਰ੍ਹਾਂ। ਮੰਨ ਲਓ ਬਾਣੀ ਦਾ ਇੱਕ ਸ਼ਬਦ ਹੈ, ਉਹਨੂੰ ਮੇਰਾ ਸਮਝਣ ਦਾ ਅੰਦਾਜ਼ ਵੱਖਰਾ ਹੋ ਸਕਦਾ, ਤੁਹਾਡਾ ਵੱਖਰਾ, ਤੀਜੇ ਦਾ ਵੱਖਰਾ, ਚੌਥੇ ਦਾ ਵੱਖਰਾ, ਪਰ ਏਮ ਨਹੀਂ ਬਦਲੇਗਾ। ਏਮ ਇਹ ਹੈ ਵੀ ਗੁਰੂ ਦੀ ਬਾਣੀ ਹੈ ਤੇ ਸਤਿਗੁਰੂ ਦੀ ਬਾਣੀ ਸਾਨੂੰ ਇਹ ਜੀਵਨ ਧਾਰਾ ਬਖਸ਼ਾਂ। ਕਿਸੇ ਨੂੰ ਕਿਸੇ ਸ਼ਬਦ ਰਾਹੀਂ ਸਮਝ ਆਉਂਦੀ ਹੈ, ਕਿਸੇ ਨੂੰ ਕਿਸੇ ਇਸ਼ਾਰੇ ਰਾਹੀਂ ਸਮਝ, ਕਿਸੇ ਨੂੰ ਕਿਸ ਤਰੀਕੇ ਨਾਲ ਲਹਿਜ਼ੇ ਨਾਲ ਸਮਝ ਆਉਂ। ਇਹਨੂੰ ਰਲਾਉਣ ਦੀ ਅਸੀਂ ਕਈ ਵਾਰ ਖਿੱਚਦੇ ਹਾਂ ਨਾ, ਵੇਖੋ ਜੀ
ਇੱਕ ਬੰਦਾ ਸ਼ਬਦ ਦੀ ਵਿਆਖਿਆ ਐਵੇਂ ਕਰ ਦਿੰਦਾ ਹੈ, ਦੂਜਾ ਐਵੇਂ ਕਰ, ਵੀ ਤੁਸੀਂ ਕੀ ਚਾਹੁੰਦੇ ਹੋ, ਵੀ ਰੋਬੋਟ ਹੋ ਜਾਣ ਸਾਰੇ? ਇੱਕ ਗੱਲ ਨੂੰ ਜੇ 10 ਜਾਣੇ ਕਹਿਣਗੇ ਤੇ ਆਪਣੇ ਆਪਣੇ ਲਹਿਜ਼ੇ 'ਚ ਹੀ ਕਹਿਣਗੇ ਨਾ, ਆਪਣੇ ਆਪਣੇ ਤਰੀਕੇ ਨਾਲ, ਜੋ ਉਹਨਾਂ ਦੀ ਅੰਦਰ ਦੀ ਬਣਤਰ ਉਹਦੇ ਮੁਤਾਬਕ ਕਹਿਣਗੇ ਨਾ। ਤੁਸੀਂ ਕੀ ਚਾਹੁੰਦੇ ਹੋ, ਵੀ ਬੰਦੇ ਮਸ਼ੀਨਾਂ ਬਣ ਜਾਣ, ਇੱਕੋ ਹੀ ਗੱਲ ਕਰਨ ਸਾਰੇ? ਨਹੀਂ, ਇਨਸਾਨ ਕੋਈ ਕੰਪਿਊਟਰ ਨਹੀਂ ਹੈ, ਉਹ ਆਪਣੇ ਅਨੁਭਵ ਵਿੱਚੋਂ ਗੱਲ ਕਰਦਾ ਹੈ, ਉਹ ਆਪਣੀ ਜਾਣ ਵਿੱਚੋਂ, ਪਛਾਣ ਵਿੱਚੋਂ, ਆਪਣੀ ਸਮਝਾਣ ਵਿੱਚੋਂ, ਆਪਣੀ ਸਮਝ ਵਿੱਚੋਂ ਗੱਲ ਕਰਦਾ। ਜੋ ਉਹਨੇ ਗੁੜਿਆ ਆਪਣੇ ਅੰਦਰ ਜੀਵੇ ਉਸ ਹਿਸਾਬ ਨਾਲ ਕਹੇਗਾ। ਕਈ ਵਾਰ ਅਸੀਂ ਕਹਿੰਦੇ ਹਾਂ ਨਾ, ਵੇਖੋ ਜੀ ਮੈਂ ਸ਼ਬਦ ਫਲਾਂ ਤੋਂ ਸੁਣਿਆ ਸੀ। ਹੁਣ ਤੁਸੀਂ ਗਾਉਣ ਵਾਲਿਆਂ ਤੋਂ ਹੀ ਲੈ ਲਓ, ਹਰ ਇੱਕ ਦੀ ਆਵਾਜ਼ ਤਾਂ ਇੱਕੋ ਜਿਹੀ ਨਹੀਂ ਨਾ, ਸ਼ਬਦ ਇੱਕ ਹੀ ਗਾਉਣਗੇ, ਇੱਕ ਟਿਊਨ 'ਚ, ਇੱਕ ਰਾਗ 'ਚ ਹੀ ਗਾਉਣਗੇ, ਆਵਾਜ਼ ਦਾ ਫਰਕ ਪੈ ਜਾਏਗਾ, ਫਿਰ ਕੀ ਕਰੋਗੇ? ਤਾਂ ਇਹ ਚੀਜ਼ ਹੀ ਨਿਰਾਰਥਕ ਹੈ। ਇਹ ਬਹੁਤ ਥਲੜੇ ਤਲ ਦੀ ਖੇਡ ਹੈ, ਇਹ ਕੋਈ ਬਹੁਤੇ ਉੱਚੇ ਤਲ ਦੀ ਖੇਡ ਨਹੀਂ ਹੈ। ਤੋ ਇਸ ਵਾਸਤੇ ਜਿਹੜਾ ਭਾਵ ਹੈ ਉਹਨੂੰ ਗ੍ਰਹਿਣ ਕਰਨਾ ਹੁੰਦਾ, ਗੁਣ ਨੂੰ ਗ੍ਰਹਿਣ ਕਰਨਾ ਹੁੰਦਾ, ਵੀ ਉਹਦੇ ਵਿੱਚੋਂ ਭਾਵ ਕੀ ਹੈ। ਤੋ ਜਦੋਂ ਸ਼ਬਦ ਨੂੰ ਕਥਿਆ ਜਾਂਦਾ ਹੈ, ਮੰਨ ਲਓ ਕਿਸੇ ਵੀ ਧਰਮ ਗ੍ਰੰਥ ਦੀ ਗੱਲ ਨੂੰ ਬਿਆਨ ਕੀਤਾ ਜਾਵੇ, ਤੇ ਜੇ ਮੈਂ ਇਹ ਕਹਿ ਰਿਹਾ ਵੀ ਇਹ ਮੇਰਾ ਅਨੁਭਵ ਹੈ, ਮੈਂ ਇਹ ਜਾਣਿਆ ਹੈ, ਜਾਂ ਉਹ ਇੱਕ ਤਾਂ ਹੁੰਦਾ ਮੈਂ ਸਮਝਿਆ, ਤੇ ਇੱਕ ਹੈ ਵੀ ਮੈਂ ਜਿਹੜੀ ਸਮਝੀ ਹੋਈ ਗੱਲ ਹੈ, ਮੈਂ ਇਹਨੂੰ ਖੁਦ ਵੀ ਆਪਣੇ ਜੀਵਨ ਦੇ ਵਿੱਚ ਕਮਾ ਕੇ ਵੇਖਿਆ ਹੈ। ਉਹ ਦੋ ਗੱਲਾਂ ਵੱਖਰੀਆਂ ਵੱਖਰੀਆਂ। ਤੇ ਜਿਹੜਾ ਤੁਸੀਂ ਕਮਾ ਕੇ ਦੱਸਿਆ, ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਮੈਂ ਕਮਾਇਆ ਹੈ, ਉਹ ਤੁਹਾਨੂੰ ਤੁਹਾਡੇ ਕਰਮ 'ਚੋਂ ਦਿਸ ਪੈਣਾ। ਹਾਂ, ਜਿਹੜਾ ਤੁਸੀਂ ਸਮਝਿਆ ਹੈ, ਤੁਸੀਂ ਇਹ ਕਹਿ ਸਕਦੇ ਵੀ ਮੈਂ ਇਵੇਂ ਸਮਝਿਆ ਤੇ ਮੈਂ ਦੱਸ ਰਿਹਾ। ਇਹਨਾਂ ਦੋਵਾਂ ਗੱਲਾਂ 'ਚ ਬਹੁਤ ਫਰਕ ਹੁੰਦਾ ਹੈ। ਇੱਕ ਚੀਜ਼ ਤੁਹਾਨੂੰ ਇੱਕ ਬੰਦੇ ਦੀ ਪੂਜਾ ਵੱਲ ਤੋਰ ਦਿੰਦੀ ਹੈ, ਇੱਕ ਚੀਜ਼ ਤੁਹਾਨੂੰ ਕੇਵਲ ਸੰਵਾਦ ਵਾਲੇ ਪਾਸੇ ਤੋਰਦੀ, ਵੀ ਤੁਸੀਂ ਵੀ ਸਮਝੋ, ਜੀ ਸਕੋਗੇ ਤੇ ਹੋ ਸਕਦਾ ਤੁਸੀਂ ਦੱਸਣ ਵਾਲੇ ਤੋਂ ਵੀ ਉੱਚੇ ਹੋ ਜਾਓ। ਇਸ ਵਾਸਤੇ ਪੰਡਿਤ ਹੋਏ ਕਹਿ, ਉਹ ਕੇਵਲ ਸਿੱਧ ਕਰਦਾ ਹੈ ਦਲੀਲ ਨਾਲ, ਉਹ ਸਿੱਧ ਕਰਦਾ ਹੈ ਵੀ ਇਵੇਂ ਲਿਖਿਆ ਹੈ ਤੇ ਸਿੱਧ ਹੋਇਆ। ਪਰ ਨਾਮਦੇਵ ਸਾਹਿਬ ਕਹਿੰਦੇ ਨੇ ਮੈਂ ਇਵੇਂ ਨਹੀਂ ਕਰਦਾ, ਮੂਰਖ ਨਾਮਦੇਵ ਰਾਮੈ ਜਾਣੈ। ਪੰਡਿਤ ਦੇ ਅੰਦਾਜ਼ ਸਾਹਮਣੇ ਤਾਂ ਮੈਂ ਮੂਰਖ ਹੀ ਹਾਂ ਨਾ, ਮੈਂ ਕਿਸੇ ਵੇਦ ਦਾ ਹਵਾਲਾ ਨਹੀਂ ਦੇਣਾ, ਮੈਂ ਕਿਸੇ ਸ਼ਾਸਤਰ ਦੇ ਵਿੱਚੋਂ ਕੋਈ ਸ਼ਲੋਕ ਕੋਟ ਨਹੀਂ ਕਰਨਾ, ਮੈਂ ਤਾਂ ਜਾਣਿਆ ਹੈ, ਮੈਂ ਮੰਤਰਾਂ ਆਸਰੇ ਨਹੀਂ ਉੱਡਿਆ, ਮੈਂ ਤਾਂ ਜਾਣਿਆ, ਆਪਣੇ ਅੰਦਰੋਂ ਜਾਣਿਆ, ਆਪਣੇ ਜੀਵਨ 'ਚੋਂ ਜਾਣਿਆ, ਮੈਂ ਉਹਦੀ ਸਿਰਜਣਾ 'ਚੋਂ ਉਹਨੂੰ ਜਾਣਿਆ, ਮੈਂ ਤਾਂ ਕੇਵਲ ਰਮੇ ਹੋਏ ਪਰਮੇਸ਼ਰ ਨੂੰ ਜਾਣਿਆ ਹੈ, ਮੈਂ ਕਿਸੇ ਵਿਵਾਦ ਨਾਲ ਉਹਨੂੰ ਸਿੱਧ ਨਹੀਂ ਕਰਦਾ। ਇਸ ਕਰਕੇ ਮੈਂ ਬੜੇ ਸਕੂਨ ਵਿੱਚ ਹਾਂ। ਮੇਰੇ ਤੋਂ ਕੋਈ ਭਿੰਨ ਵਿਚਾਰ ਵੀ ਕਹਿ ਦੇਵੇ ਤਾਂ ਮੈਨੂੰ ਕੋਈ ਖਿਝ ਨਹੀਂ ਆਉਂਦੀ, ਮੈਨੂੰ ਲੱਗਦਾ ਇਹਨੂੰ ਸਮਝ ਹੈ ਨਹੀਂ, ਇਹ ਨਹੀਂ ਕਥਦਾ, ਜੋ ਇਹਦੇ ਅੰਦਰ ਹੈ ਉਹ ਬਿਆਨ ਕਰਦਾ ਹੈ। ਤੇ ਇਹ ਵੀ ਇੱਕ ਰੰਗ ਹੈ ਕੁਦਰਤ ਦਾ, ਇਹ ਵੀ ਇੱਕ ਕੁਦਰਤ ਦਾ ਇੱਕ ਰੰਗ ਹੈ, ਵੱਖਰਾ ਰੰਗ। ਮੈਂ ਇਹਨੂੰ ਐਕਸੈਪਟ ਕਰਦਾ, ਪ੍ਰਵਾਨ ਕਰਦਾ। ਗਰੀਬ ਨਵਾਜ਼ ਬਖਸ਼ਿਸ਼ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਮਨਾਂ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।